ਸਤਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੀ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਕਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਮੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ ਵਿਨਾਸ਼ਨ ਸੋਏ ਦੋਹਰਾ ਰਤੀਏ ਗ੍ਰਾਮ ਜਾਏ ਕਰ ਬਾਸਾ ਨੈਬ ਕਿਸ਼ਾਏ ਮਿਲਿਓ ਪ੍ਰਭ ਪਾਸਾ ਕੀਨ ਮੁਕਾਮ ਗੁਰੂ ਭਗਵਾਨ ਰੋੜਾ ਇੱਕ ਬਨਿਓ ਤਿਸ ਥਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਥੇਹੜੀ ਦੀ ਕਥਾ ਸਰਵਣ ਕਰ ਰਹੇ ਸੀ, ਜਿੱਥੇ ਇੱਕ ਨਾਥ ਸਤਿਗੁਰਾਂ ਨੂੰ ਮਿਲਿਆ ਤੇ ਆਪਣੀ ਰਿੱਧੀਆਂ ਸਿੱਧੀਆਂ ਦਾ ਹੰਕਾਰ ਕਰਨ ਲੱਗਿਆ ਤੇ ਪਾਤਸ਼ਾਹ ਨੂੰ ਕਹਿੰਦਾ ਤੁਸੀਂ ਕਰਾਮਾਤ ਵਿਖਾਓ ਕੋਈ। ਤੇ ਪਾਤਸ਼ਾਹ ਜੀ ਨੇ ਐਸੀ ਕਰਾਮਾਤ ਵਿਖਾਈ ਕਿ ਉਸ ਦੀ ਸਾਰੀ ਸ਼ਕਤੀ ਹੀ ਖਿੱਚ ਲਈ ਤੇ ਫਿਰ ਖਾਲੀ ਜਾ ਹੋ ਗਿਆ। ਪਰ ਇਸ ਨੇ ਬਾਬਾ ਜੀ ਤੋਂ ਮਾਫੀ ਨਹੀਂ ਮੰਗੀ। ਜੇ ਮਾਫੀ ਮੰਗ ਲੈਂਦਾ ਪਾਤਸ਼ਾਹ ਇਹਦੀਆਂ ਸ਼ਕਤੀਆਂ ਨੂੰ ਮੋੜ ਵੀ ਦਿੰਦੇ। ਔਰ ਇਹ ਫਿਰ ਨਗਰ ਛੱਡ ਕੇ ਥੇੜੀ ਨੂੰ ਰਤੀਏ ਜਾ ਕੇ ਵਸ ਗਿਆ। ਤਾਂ ਇੱਥੇ ਇੱਕ ਥੇੜੀ ਦੇ ਵਿੱਚ ਇੱਕ ਸੇਠ ਰਹਿੰਦਾ ਹੈ ਜਿਸ ਨੂੰ ਅਰੋੜਾ ਲਿਖੇ ਆ ਬਾਣੀ ਦੇ ਵਿੱਚ, ਖੱਤਰੀ ਰੋੜੇ ਹੁੰਦੇ ਆ। ਉਹ ਸਤਿਗੁਰਾਂ ਨੂੰ ਰਸ਼ਦ ਦਿੰਦਾ ਹੈ, ਸਿੰਘਾਂ ਦੇ ਖਾਣ ਪੀਣ ਦੇ ਲਈ, ਘੋੜਿਆਂ ਲਈ ਖਰਚਾ ਭੇਜਦਾ ਹੈ। ਉਹ ਆ ਕੇ ਬਾਣੀਆਂ ਉਹ ਰੋੜਾ ਪੁੱਛਦਾ ਪਾਤਸ਼ਾਹ ਜੀ ਨੂੰ ਨਾਥ ਬਾਰੇ ਜੀ, ਉਹਦੇ ਨਾਲ ਕੀ ਬਣਿਆ, ਉਹ ਕਿੱਧਰ ਚਲਿਆ ਗਿਆ, ਤੇ ਪਾਤਸ਼ਾਹ ਉਹਦੇ ਬਾਰੇ ਦੱਸਦੇ ਆ। ਉਸ ਤੋਂ ਬਾਅਦ ਪਾਤਸ਼ਾਹ ਇੱਥੋਂ ਅੱਗੇ ਚਾਲੇ ਪਾਉਂਦੇ ਆ। ਇਹ ਵਿਚਾਰਾਂ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਰਤੀ ਗ੍ਰਾਮ ਜਾਏ ਕਰ ਬਾਸਾ ਨੈਬ ਕਿਸ਼ਾਏ ਮਿਲਿਓ ਪ੍ਰਭ ਪਾਸਾ। ਕਹਿੰਦੇ ਉਸ ਨਾਥ ਨੇ ਦੁਬਾਰਾ ਮਾਫੀ ਨਾ ਮੰਗੀ, ਸਤਿਗੁਰਾਂ ਕੋਲੋਂ ਆ ਕੇ ਮਾਫੀ ਮੰਗ ਲੈਂਦਾ ਤੇ ਸਤਿਗੁਰੂ ਉਹਦੀਆਂ ਸ਼ਕਤੀਆਂ ਵੀ ਮੋੜ ਦਿੰਦੇ। ਪਰ ਚੁੱਪ ਕਰਕੇ ਥੇੜੀ ਨੂੰ ਛੱਡ ਕੇ ਚਲਿਆ ਗਿਆ ਹੈ ਜੀ। ਕੀਨ ਮੁਕਾਮ ਗੁਰੂ ਭਗਵਾਨ ਰੋੜਾ ਇੱਕ ਬਨੀਏ ਤਿਸ ਥਾਨ। ਔਰ ਇਹ ਸਾਰ ਚਲਿਆ ਗਿਆ ਰਤੀਏ ਜਾ ਕੇ। ਉੱਥੇ ਕਹਿੰਦੇ ਬਾਅਦ ਵਿੱਚ ਪਤਾ ਲੱਗਿਆ ਵੀ ਰਤੀਏ ਜਾ ਕੇ ਵਸ ਗਿਆ। ਥੇੜੀ ਦੇ ਵਿੱਚ ਇੱਕ ਸੇਠ ਰਹਿੰਦਾ ਰੋੜਾ, ਜਿਸ ਨੂੰ ਕਿਹਾ ਹੈ
ਇਹ ਸਤਿਗੁਰਾਂ ਨੂੰ ਆ ਕੇ ਮਿਲਦਾ ਹੈ ਜੀ। ਜੀਤ ਰਸਤ ਕੀਨੀ ਬੋਸਿਓ ਖੁਸ਼ੀ ਕਰੀ ਤਿਸ ਪਰ ਗੁਰ ਦਿਓ। ਔਰ ਸਤਿਗੁਰੂ ਪਾਤਸ਼ਾਹ ਜੀ ਇਸ ਤੇ ਬੜੀ ਖੁਸ਼ੀ ਬਖਸ਼ਦੇ ਹਨ। ਇਸ ਨੇ ਸਿੰਘਾਂ ਦੇ ਲਈ, ਘੋੜਿਆਂ ਦੇ ਲਈ ਰਸਦ ਪਾਣੀ ਦੇਣਾ ਕੀਤਾ ਹੈ ਜੀ। ਬੂਝਤ ਪਿਓ ਨਾਥ ਕੀ ਗਾਥਾ ਕਹਾਂ ਕਰੀ ਰਾਵਰ ਕੀ ਸਾਥਾ। ਔਰ ਫਿਰ ਉਹ ਸੇਠ ਨੇ, ਉਸ ਰੋੜੇ ਨੇ ਗੱਲ ਚਲਾਈ ਕਿ ਮਹਾਰਾਜ ਤੁਸੀਂ ਨਾਥ ਨਾਲ ਕੀ ਕੀਤਾ। ਇਸ ਥਲ ਤੇ ਉਠ ਕਰ ਕਿਤ ਗਇਓ ਵਸਤੂ ਬ੍ਰਿੰਦ ਸੋ ਤਿਆਗਤ ਪਿਓ। ਉਹ ਸ਼ਰਮ ਦਾ ਵਾਰਿਆ ਡੇਰਾ ਉਵੇਂ ਹੀ ਛੱਡ ਗਿਆ, ਭਰਿਆ ਭਰਾਇਆ, ਕੱਲੀਆਂ ਗਊਆਂ ਹੱਕ ਲੀਆਂ ਉਹਨੇ ਤੇ ਗਊਆਂ ਨੂੰ ਲੈ ਕੇ ਰਤੀਏ ਚਲਿਆ ਗਿਆ। ਗਊਆਂ ਤੇ ਬੱਚੇ ਲੈ ਗਿਆ ਹੱਕ ਕੇ, ਬਾਕੀ ਸਭ ਕੁਝ ਕਹਿੰਦੇ ਛੱਡ ਕੇ ਚਲਿਆ ਗਿਆ ਹੈ ਜੀ। ਸੁਣ ਕੇ ਸ਼੍ਰੀ ਪ੍ਰਭ ਭੇਵ ਬਤਾਇਓ ਨਿਜ ਅਜਮਤ ਤਰ ਉਰ ਗੁਰਬਾਇਓ। ਉਹ ਸੇਠਾ ਭਾਈ ਉਹਨੂੰ ਆਪਣੀ ਨਾ ਰਿੱਧੀਆਂ ਸਿੱਧੀਆਂ ਦਾ ਹੰਕਾਰ ਹੋ ਗਿਆ ਸੀਗਾ, ਔਰ ਹੰਕਾਰ ਦੇ ਵਿੱਚ ਸਾਨੂੰ ਕਹਿੰਦਾ ਕਰਾਮਾਤ ਵਿਖਾਓ। ਤੀਰ ਸੰਗ ਹਮੈ ਚਨਿਕਾਰੀ ਉਠ ਕਰ ਗਿਓ ਲਾਜ ਕਰ ਭਾਰੀ। ਤੇ ਅਸੀਂ ਫਿਰ ਜਦੋਂ ਕਰਾਮਾਤ ਵਿਖਾਈ ਤੇ ਫਿਰ ਉਹ ਚੱਲ ਨਹੀਂ ਸਕਿਆ। ਅਸੀਂ ਆਪਣਾ ਤੀਰ ਜਦ ਧਰਤੀ ਤੇ ਲਾ ਕੇ ਮੱਥੇ ਨਾਲ ਲਾਇਆ ਤੇ ਉਹਦੀਆਂ ਜਿਹੜੀਆਂ ਸ਼ਕਤੀਆਂ ਸਨ ਉਹ ਖਿੱਚੀਆਂ ਗਈਆਂ। ਸ਼ਰਮ ਦਾ ਮਾਰਿਆ ਚਲਿਆ ਹੀ ਗਿਆ ਇੱਥੋਂ। ਮਿਲਿਓ ਨਾ ਪੁਨ ਐ ਕੀ ਬਖਸ਼ਾਇਓ ਹੰਕਾਰ ਨਿਜ ਓਜ ਗਵਾਇਓ। ਇਸ ਤਰ੍ਹਾਂ ਉਸ ਨੇ ਹੰਕਾਰ ਦੇ ਵਿੱਚ ਹੀ ਆਪਣੀ ਸ਼ਕਤੀ ਗਵਾ ਲਈ, ਆਪਣੀ ਤਾਕਤ ਗਵਾ ਲਈ। ਪੰਡਿਤ ਰੋਵੈ ਗਿਆਨ ਗਵਾਏ, ਪਾਤਸ਼ਾਹ ਜੀ ਦਾ ਇੱਕ ਬਚਨ ਹੈ ਗੁਰਬਾਣੀ ਵਿੱਚ, ਜਿਹਦੇ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਹਨ। ਤਾਂ ਪੰਡਿਤ ਭਾਵ ਗਿਆਨੀ, ਪੰਡਿਤ ਕੋਈ ਜਾਤ ਵਾਲੀ ਗੱਲ ਨਹੀਂ। ਪੰਡਿਤ ਦਾ ਮਤਲਬ ਵੇਦਾਂ ਦਾ ਬਖਤਾ ਹੋ ਸਕਦਾ, ਗ੍ਰੰਥਾਂ ਦਾ ਬਖਤਾ ਹੋ ਸਕਦਾ, ਜਾਂ ਇਸ ਨਾਥ ਦੀ ਤਰ੍ਹਾਂ ਰਿੱਧੀਆਂ ਸਿੱਧੀਆਂ ਵਾਲਾ ਹੋ ਸਕਦਾ। ਪਰ ਜਦੋਂ ਇਹਨਾਂ ਨੂੰ ਹੰਕਾਰ ਹੋ ਜਾਵੇ ਤੇ ਇਹਨਾਂ ਦੀ ਸ਼ਕਤੀ ਖਤਮ ਹੋ ਜਾਂਦੀ ਹੈ, ਗਵਾ ਜਾਂਦੀ ਹੈ, ਫਿਰ ਰੋਂਦੇ ਹੈ ਕਿਉਂਕਿ ਉਹ ਜਲਦੀ ਮਿਲਦੀ ਨਹੀਂ। ਫਿਰ ਕਹੋ ਸਤਨਾਮ ਸੀ। ਪੰਡਿਤ ਰੋਵੈ ਗਿਆਨ ਗਵਾਏ ਬਾਲੀ ਰੋਵੈ ਨਾਹੇ ਪਧਾਰ। ਇਸ ਤਰ੍ਹਾਂ ਅਖੀਰ ਤੇ ਜਾ ਕੇ ਕਹਿੰਦੇ ਆ ਨਾਨਕ ਦੁਖੀਆ ਸਭ ਸੰਸਾਰ। ਉਹ ਸ਼ਬਦ ਵਿੱਚ 10-12 ਉਦਾਹਰਨਾਂ ਦਿੱਤੀਆਂ ਔਰ ਅਖੀਰ ਤੇ ਕਹਿੰਦੇ ਫਿਰ ਸੁਖੀ ਕੌਣ ਹੈ। ਅਸੀਂ ਸਿੱਧੀ ਜੀ ਪੰਕਤੀ ਜੋੜ ਲਈ ਹੈ, ਨਾਨਕ ਦੁਖੀਆ ਸਭ ਸੰਸਾਰ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਮੰਨੈ ਨਾਉ ਸੋਈ ਜਿਨ ਜਾਏ ਔਰੀ ਕਰਮ ਨਾ ਲੇਖੇ ਲਾਏ। ਕੌਣ ਸੁਖੀ ਹੈ? ਜਿਹਦਾ ਨਾਮ ਜਪਦਾ ਹੈ, ਹੋਰ ਕੋਈ ਵੀ ਕਰਮਕਾਂਡ ਲੇਖੇ 'ਚ ਨਹੀਂ ਪੈਂਦਾ। ਇਸ ਕਰਕੇ ਤਾਕਤ ਨੂੰ ਪ੍ਰਾਪਤ ਕਰਕੇ ਵੀ ਮਨੁੱਖ ਨੂੰ ਨਿਮਰਤਾ ਰੱਖਣੀ ਚਾਹੀਦੀ ਹੈ। ਸ਼ਕਤੀਆਂ ਨੂੰ ਪ੍ਰਾਪਤ ਕਰਕੇ ਵੀ ਉਹਨਾਂ ਨੂੰ ਜਰਨ ਦੀ ਤਾਕਤ ਹੋਣੀ ਚਾਹੀਦੀ ਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਸਾਨੂੰ ਆ ਕੇ ਦੁਬਾਰਾ ਮਿਲ ਪੈਂਦਾ ਤੇ ਉਹਨੂੰ ਬਖਸ਼ ਦਿੰਦੇ, ਮਾਫ ਕਰ ਦਿੰਦੇ। ਪਰ ਆਪਣੇ ਹੰਕਾਰ ਦੇ ਕਾਰਨ ਆਪਣੀ ਤਾਕਤ ਗਵਾ ਕੇ ਇੱਥੋਂ ਚਲਿਆ ਗਿਆ ਹੈ ਜੀ ਦੋਹਰਾ। ਬਾਸੁਰ ਕਿਤ ਤੁਮ ਕਾਮ ਕਰ ਪੁਨ ਸ਼੍ਰੀ ਪ੍ਰਭ ਹੈ ਤਿਆਰ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੀਆਂ ਫੌਜਾਂ ਸਮੇਤ ਕਈ ਦਿਨ ਥੇੜੀ ਰਹਿਣਾ ਕੀਤਾ। ਜੀਨ ਤੁਰੰਗਮ ਪਰ ਪਰੇ ਹੋਤ ਪਏ ਅਸ਼ਵਾਰ। ਕੁਝ ਦਿਨਾਂ ਬਾਅਦ ਕਹਿੰਦੇ ਚਲੋ ਸਿੰਘੋ ਚੱਲ ਗਏ, ਹੁਣ ਅੱਗੇ ਪੜਾ ਕਰਾਂਗੇ। ਘੋੜਿਆਂ ਤੇ ਕਾਠੀਆਂ ਪਾਈਆਂ ਜੀ। ਚੌਪਈ ਬੇਦਾ ਨੇਕ ਪ੍ਰਭ ਕਰਤ ਅਖੀਰੀ ਖੇਲਤ ਵਿਚਰਤ ਜਾਤ ਅਗੇਰੀ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੀਆਂ ਫੌਜਾਂ ਬਰਾੜਾਂ ਦੇ ਨਾਲ ਤੁਰੇ ਜਾ ਰਹੇ ਆ। ਜੰਗਲ ਆਉਂਦਾ ਤੇ ਸ਼ਿਕਾਰ ਖੇਡਦੇ ਜਾ ਰਹੇ ਹਨ। ਕਾਸ਼ਟ ਕੋਸ ਪਰ ਪਹੁੰਚੇ ਜਾਈ ਸੰਗ ਸੈਨ ਸਿੰਘਨ ਸਮਦਾਈ। ਠੇੜੀ ਤੋਂ ਚੱਲਦੇ ਹੋਏ 6 ਕੋ ਇਹਨਾਂ ਨੇ ਪੈਂਡਾ ਕੀਤਾ ਹੈ, ਨਾਲ ਫੌਜਾਂ ਹਨ। ਤਿਸ ਥਲ ਭੂੰਦੜ ਰਹਿ ਦੀਵਾਨਾ ਗੁਰ ਅਗਵਾਨ ਸੁਨੇ ਹਰ ਖਾਨਾ। 6 ਕੋ ਤੇ ਕਹਿੰਦੇ ਜਾ ਕੇ ਇੱਕ ਪਿੰਡ ਆਇਆ ਭੁੰਦੜ, ਤੇ ਭੁੰਦੜ ਵਿੱਚ ਦੀਵਾਨਾ ਕੋਈ ਮਸਤ ਜਿਹਾ ਸਾਧੂ ਵਸਦਾ ਹੈ। ਤੇ ਜਦੋਂ ਉਹਨੇ ਗੁਰੂ ਦੇ ਆਉਣ ਦਾ ਪਤਾ ਲੱਗਿਆ, ਪੂਰਨ ਹੀ ਚੱਲ ਕਰ ਸੁਆਇਓ ਚਰਨ ਕਮਲ ਪਰ ਸੀਸ ਨਿਵਾਇਓ। ਔਰ ਆਪਣੇ ਡੇਰੇ 'ਚ ਉੱਠ ਕੇ ਬਾਹਰ ਆਇਆ ਤੇ ਜਿੱਥੇ ਸਤਿਗੁਰੂ ਇਹਨੂੰ ਮਿਲੇ ਆ ਕੇ ਮੱਥਾ ਟੇਕਦਾ ਹੈ ਜੀ। 5 ਰੁਪਏ ਥਾਨ ਮਹੀਨਾ ਅਗਰੋ ਪਾਏ ਨਾ ਧਰ ਕਰ ਦੀਨਾ। ਭੇਟਾ ਦੇ ਤੌਰ ਤੇ ਇਸਨੇ ਇੱਕ ਬਰੀਕ ਕੱਪੜੇ ਦਾ ਕੱਤਿਆ ਹੋਇਆ ਥਾਨ ਅਤੇ 5 ਰੁਪਏ ਮੱਥਾ ਟੇਕਿਆ ਹੈ ਜੀ। ਉਤਰੇ ਸ਼੍ਰੀ ਪ੍ਰਭ ਕੀ ਨਸ ਡੇਰਾ ਤੇਰੇ ਸਿੰਘ ਬਾਛਤ ਥਲ ਹੀਰਾ। ਜਿੱਥੇ ਇਹ ਅੱਗੋਂ ਆ ਕੇ ਮਿਲਿਆ ਉੱਥੇ ਪਾਤਸ਼ਾਹ ਨੇ ਉਤਾਰਾ ਕਰ ਲਿਆ ਤੇ ਸਿੰਘਾਂ ਨੂੰ ਕਹਿਣ ਲੱਗੇ ਵੀ ਇੱਥੇ ਰੁਕ ਨਾ ਕਰੋ,
ਪੜਾ ਕਰੋ ਜੀ। ਬ੍ਰਿਧ ਕਲਸ ਪੈ ਹੈ ਕੀ ਪਰਿਆਨੇ ਭੂੰਦੜ ਸੰਗ ਲਿਆਏ ਮਿਸ਼ਟਾਨੇ। ਔਰ ਹੁਣ ਜਿਹੜਾ ਹੈ ਭੂੰਦੜ ਦਾ ਇਹ ਸਾਧ ਇਹ ਆਪਣੇ ਸਾਥੀਆਂ ਦੇ ਨਾਲ ਗਿਆ ਹੈ ਔਰ ਕਈ ਘੜੇ ਪਏ ਕਹਿੰਦੇ ਆ ਦੁੱਧ ਨੂੰ, ਕਈ ਘੜੇ ਦੁੱਧ ਦੇ ਭਰ ਕੇ ਲਿਆਇਆ ਤੇ ਨਾਲ ਮਿਸ਼ਟਾਨ। ਪੁਰਾਣੇ ਸਮਿਆਂ ਵਿੱਚ ਨਾ ਖੇਤੀਬਾੜੀ ਕਰਦੇ ਜਦੋਂ ਭੁੱਖ ਲੱਗਦੀ ਤੇ ਦੁੱਧ ਨਾਲ ਗੁੜ ਖਾ ਲੈਂਦੇ ਸੀ। ਇਹਦੇ ਨਾਲ ਇੱਕ ਟੌਨਕ ਵੀ ਹੈ, ਇਹ ਦੁੱਧ ਅਤੇ ਗੁੜ ਦਾ ਬੜਾ ਜੋੜ ਹੈ ਤੇ ਨਾਲੇ ਇਹਨਾਂ ਭੁੱਖ ਵੀ ਮਰ ਜਾਂਦੀ ਆ। ਤੋ ਇਸ ਕਰਕੇ ਇਹ ਭੂੰਦੜ ਦਾ ਜਿਹੜਾ ਸਾਧ ਹੈ, ਸ਼ਾਇਦ ਇਸ ਨੂੰ ਭੂੰਦੜ ਹੀ ਕਹਿੰਦੇ ਹਨ। ਤਾਂ ਇਹ ਜਿਹੜਾ ਹੈ ਆਪਣੇ ਸਾਥੀਆਂ ਦੇ ਨਾਲ ਜਾ ਕਰਕੇ ਕਈ ਘੜੇ ਦੁੱਧ ਦੇ ਅਤੇ ਨਾਲ ਮਿੱਠਾ ਗੁੜ ਆਦਿ ਲੈ ਕੇ ਆਇਆ ਜੀ। ਜੀਤਕ ਸਿੰਘ ਸਬਣ ਕੋ ਪਿਆਹੀ ਬਾਰ ਬਾਰ ਕਹਿ ਕਰ ਤ੍ਰਿਪਤਾਏ। ਔਰ ਇਸ ਨੇ ਸਾਰਿਆਂ ਸਿੰਘਾਂ ਨੂੰ ਰਜਾ ਕੇ ਦੁੱਧ ਪਿਆਉਣਾ ਕੀਤਾ, ਨਾਲ ਮਿੱਠਾ ਖਵਾਇਆ ਹੈ ਜੀ। ਆਦਿਕ ਦੀਨ ਪਿਓ ਗੁਰਾਗੀ ਬਾਰ ਬਾਰ ਪਗ ਪੰਕਜ ਲਾਗੇ। ਔਰ ਬੜੀ ਨਿਮਰਤਾ ਸਹਿਤ ਨਾਲੇ ਸਤਿਗੁਰਾਂ ਦੀਆਂ ਸਿਫਤਾਂ ਕਰਦਾ ਤੇ ਨਾਲੇ ਮੱਥੇ ਟੇਕੀ ਜਾਂਦਾ ਹੈ। ਕਹਿਬੋ ਸੁਨਬੋ ਬਾਤ ਅਨੇਕੋ ਕਰਤ ਪੈ ਸ਼੍ਰੀ ਚਰਦ ਬੇਕੂ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ ਇਸ ਭੂੰਦੜ ਨੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਵਿਚਾਰਾਂ ਕੀਤੀਆਂ ਔਰ ਸੁਣ ਕਰਕੇ ਜਲਦ ਬੇਕੂ ਭਾਵ ਗੁਰੂ ਗੋਬਿੰਦ ਸਿੰਘ ਜੀ ਦੀਆਂ ਵਿਚਾਰਾਂ ਬੜਾ ਖੁਸ਼ ਹੋਇਆ ਹੈ ਜੀ। ਗੁਰ ਬੋਲੇ ਭੂੰਦੜ ਹਮ ਚਰੈ ਅਪਰ ਸਥਾਨ ਬਲੋਕਨ ਕਰੈ। ਫਿਰ ਪ੍ਰੀਤਮ ਕਹਿੰਦੇ ਚੰਗਾ ਭਈ ਸਾਧ ਰਾਮ ਭੂੰਦੜ ਅਸੀਂ ਹੁਣ ਇੱਥੋਂ ਚੱਲਦੇ ਹਾਂ, ਕਿਤੇ ਹੋਰ ਰੁਕਾਂਗੇ। ਕਹੇ ਜੋਰ ਕਰ ਸੇਵ ਬਤਾਹੋ ਦਾਸ ਜਾਨ ਕਰ ਮੁਖ ਫਰਮਾਓ। ਪਰ ਜਾਂਦਿਆਂ ਹੋਇਆਂ ਨੂੰ ਵੀ ਕਹਿੰਦਾ ਹੱਥ ਬੰਨ ਕੇ ਜੀ ਕੋਈ ਸੇਵਾ ਦੱਸੋ ਮੇਰੇ ਲਾਇਕ ਜੇ ਮੈਂ ਕਰ ਸਕਾਂ ਤਾਂ। ਦਰਸ਼ਨ ਦਿਓ ਭਾਗ ਤਨ ਮੇਰੇ ਭਿਓ ਨਿਹਾਲ ਆਨੰਦ ਕਨੇਰੇ। ਮੈਨੂੰ ਆਪਣਾ ਸੇਵਕ ਜਾਨੋ ਮਹਾਰਾਜ ਦਰਸ਼ਨ ਦੇ ਕੇ ਨਿਹਾਲ ਕੀਤਾ। ਵੱਡੇ ਭਾਗ ਹਨ ਜੋ ਤੁਸੀਂ ਇੱਥੇ ਆਉਣਾ ਕੀਤਾ ਹੈ। ਆਪਨੋ ਜਾਣ ਕੀ ਨਾ ਗਮਨੋ ਸੰਤੋ ਬਾਰ ਦੁਸ਼ਟ ਦਲ ਗਦਮਨੋ। ਦੁਸ਼ਟਾਂ ਦੇ ਦਲਾਂ ਨੂੰ ਦਮਨ ਦੇ ਵਾਲੇ ਭਾਵ ਖਤਮ ਕਰਨ ਵਾਲੇ ਤੇ ਸੰਤਾਂ ਨੂੰ ਉਭਾਰਨ ਵਾਲੇ ਸਤਿਗੁਰੂ ਲੱਗਦਾ ਮੈਨੂੰ ਆਪਣਾ ਜਾਣ ਕੇ ਦਰਸ਼ਨ ਦਿੱਤੇ ਹਨ। ਖੁਸ਼ੀ ਕਰੀ ਪ੍ਰਭ ਅਰੂਢ ਗਮਨੇ ਮਾਰ ਕੋ ਗੁਣ ਗੂੜ। ਇਉਂ ਫਿਰ ਭੂੰਦੜ ਤੇ ਖੁਸ਼ੀਆਂ ਬਖਸ਼ਦੇ ਹੋਏ ਸਤਿਗੁਰੂ ਪਾਤਸ਼ਾਹ ਆਪਣੇ ਘੋੜੇ ਤੇ ਸਵਾਰ ਹੋਏ ਤੇ ਫੌਜਾਂ ਵੀ ਸਵਾਰ ਹੋਈਆਂ, ਚਾਲੇ ਪਾਉਂਦੇ ਹਨ। ਪਹੁੰਚੇ ਨਿਕਟ ਬਹੁੜੀ ਜਾਣੀ ਤੈਤੇ ਚਲ ਕਰ ਕਾਲ ਚਿਰਾਣੀ। ਤਾਂ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਇੱਥੋਂ ਚੱਲ ਕੇ ਇੱਕ ਬੋਹੜੀ ਨਾਮ ਦਾ ਪਿੰਡ ਆਇਆ, ਉੱਥੋਂ ਲੰਘੇ ਤੇ ਚੱਲਦੇ ਹੋਏ ਫਿਰ ਅੱਗੇ ਪਿੰਡ ਆ ਗਿਆ ਕਾਲ ਝਰਾਣੀ। ਕਾਲ ਝਰਾਣੀ ਜਾ ਪਹੁੰਚੇ ਜੀ। ਤਾਹਾ ਮਹੀਓ ਖਰੋ ਫਲਾਹੀ ਕਾਰੋ ਕਾਕ ਬਸੇ ਤਿਸ ਬਾਹੀ। ਇੱਥੇ ਇੱਕ ਦਰਖਤ ਹੈ ਬਹੁਤ ਵੱਡਾ ਫਲਾਹੀ ਦਾ, ਤੇ ਫਲਾਹੀ ਦੇ ਦਰਖਤ ਉੱਤੇ ਕਹਿੰਦੇ ਇੱਕ ਕਾਂ ਜਿਹੜਾ ਆਲਣਾ ਬਣਾ ਕੇ ਰਹਿੰਦਾ ਹੈ ਜੀ। ਅਲੋਕਤ ਭਾਖਿਓ ਤਿਸ ਬੀਰਾ ਧਰਮ ਸਿੰਘ ਤਰਕੀ ਦਿਸ਼ਹੀਰ। ਔਰ ਉਸ ਕਾਂ ਨੂੰ ਦੇਖ ਕਰਕੇ ਆਪਣੇ ਨਾਲ ਦੇ ਸਾਥੀਆਂ ਵਿੱਚੋਂ ਇੱਕ ਸਾਥੀ ਨੂੰ ਕਹਿੰਦੇ ਧਰਮ ਸਿਆ ਇਹ ਦੇਖ ਤਾਂ ਦਰਖਤ ਵੱਲ। ਬੇਟੇ ਬਣਾਇਓ ਬਾਸ ਰਹੈ ਤੀਨ ਬਤਸ਼ ਇਸਕੇ ਵਿੱਚ ਹੈ। ਔਰ ਇਹ ਜੋ ਆਲਣਾ ਬਣਾ ਕੇ ਇੱਥੇ ਬੈਠਾ ਹੈ ਕਾਂ ਰਹਿੰਦਾ ਹੈ, ਇਹਦੇ ਵਿੱਚ ਇਹਦੇ ਬੱਚੇ ਵੀ ਹਨ। ਸੋਚ ਪਸਾਰਾਏ ਤੁਜਿਓਰੀ ਤਿਸਕੀ ਗਰੀਵਾ ਦਿਓ ਮਰੋਰੀ। ਔਰ ਜਦ ਤੂੰ ਦੇਖੇਗਾ ਤੇ ਇਹ ਕਾਂ ਬੱਚੇ ਜਿਹੜੇ ਹਨ ਤੇਰੇ ਵੱਲ ਆਉਣਗੇ ਚੁੰਝ ਟੱਡ ਕੇ। ਹੁਣ ਬੱਚਿਆਂ ਦਾ ਸੁਭਾਅ ਹੁੰਦਾ ਕਿ ਸ਼ਾਇਦ ਸਾਨੂੰ ਕੁਝ ਖਵਾਉਣ ਵਾਸਤੇ ਲੈ ਕੇ ਆਇਆ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹਦੇ ਵਿੱਚ 3 ਬੱਚੇ ਹਨ, ਉਹ ਜਾਂ ਤੇਰੇ ਵੱਲ ਆਉਣਗੇ ਨਾ ਮੂੰਹ ਟੱਡ ਕੇ ਉਹਨਾਂ ਦੀ ਧੌਣ ਮਰੋੜ ਦੇਈ। ਆਪਰ ਤੋਹਨ ਕੋ ਕਛ ਨ ਕਹੀਜੈ ਚੜ ਫਲਾ ਪਰ ਜਾਹੂ ਗਹੀਜੈ। ਔਰ ਜਾ ਉੱਤੇ ਜਾ ਕੇ ਨਾ ਜਿਹੜਾ ਤੇਰੇ ਵੱਲ ਚੁੰਝ ਟੱਡ ਕੇ ਆਵੇ ਉਹਦੀ ਧੌਣ ਮਰੋੜ ਦੇਈ ਤੇ ਬਾਕੀ ਦੋਵਾਂ ਨੂੰ ਛੱਡ ਦੇਈ। ਤੇ ਧਰਮ ਸਿੰਘ ਕਹਿੰਦਾ ਜਿਹੜਾ ਉਹ ਦਰਖਤ ਉੱਤੇ ਚੜਿਆ। ਸੁਣ ਗੁਰ ਹੁਕਮ ਕਹੇ ਜੁਗ ਪ੍ਰਾਤਾ ਬਾਇਸ ਬਤਸ਼ ਬਲੋਕ ਸੋ ਤਾਤਾ। ਔਰ ਉਹਨਾਂ ਨੇ ਦਰਖਤ ਤੇ ਚੜ ਕੇ ਕਹਿੰਦੇ ਵੇਖਿਆ ਵਾਕਿਆ ਹੀ ਆਲਣੇ ਵਿੱਚ 3 ਬੱਚੇ ਸਨ ਕਾਂ ਦੇ। ਧਰਮ ਸਿੰਘ ਤਰੁਕੇ ਤਰ ਖਰਿਓ ਪਰਮ ਸਿੰਘ ਉਪਰ ਤਬ ਚਰਿਓ। ਤੇ ਧਰਮ ਸਿੰਘ ਪਰਮ ਸਿੰਘ ਇਹ ਭਾਈ ਰੂਪੇ ਵਾਲਿਆਂ ਦੀ ਵੰਸ਼ ਵਿੱਚੋਂ ਹਨ ਸਾਥੀ।
ਕਹਿੰਦੇ ਧਰਮ ਸਿੰਘ ਉੱਤੇ ਚੜ ਗਿਆ ਤੇ ਪਰਮ ਸਿੰਘ ਥੱਲਿਓਂ ਪਰਮ ਸਿੰਘ ਉੱਪਰ ਚੜ ਗਿਆ, ਧਰਮ ਸਿੰਘ ਦੇਖ ਰਿਹਾ ਖੜਾ। ਤੀਨੋਂ ਦੇਖ ਚੌਂਚ ਪਸਾਰੀ ਪਰਖ ਲਿਓ ਗਏ ਹੱਥ ਮਜਾਰੀ। ਔਰ ਜਦੋਂ ਵੇਖਿਆ ਇਸਨੇ ਵਾਕਿਆ ਹੀ ਦੋ ਬੈਠੇ ਰਹੇ ਤੇ ਇੱਕ ਨੇ ਮੂੰਹ ਟੱਡ ਕੇ ਬਾਹਰ ਕੱਢਿਆ। ਗਰੀਵਾ ਤੁਰ ਤੁਰਤ ਹੀ ਮਾਰਾ ਸਭੇ ਨਿਹਾਰਤ ਬਿਸਮ ਉਚਾਰਾ। ਔਰ ਸਾਰਿਆਂ ਦੇ ਵੇਖਦੇ ਹੋਏ ਉਸ ਦੀ ਧੌਣ ਮਰੋੜ ਕੇ ਉਹ ਮਾਰ ਦਿੱਤਾ ਹੈ ਜੀ। ਬਾਦਸ਼ਾਹੇ ਕਿਉ ਮਰਵਾਇਓ ਮਰਿਓ ਅਕਾਰਤ ਕਾਜ ਨ ਆਇਓ। ਤੇ ਹੁਣ ਇਹ ਬੱਚੇ ਦੇ ਕਿਹੜਾ ਬਹੁਤਾ ਮਾਸ ਸੀਗਾ ਤੇ ਨਾਲ ਦੇ ਸਿੰਘਾਂ ਨੇ ਪੁੱਛਿਆ ਜੀ ਇਹ ਕਿਉਂ ਮਰਵਾ ਦਿੱਤਾ, ਇੱਕ ਆਪਣੇ ਕਿਸ ਕੰਮ ਦਾ ਸੀਗਾ। ਸ਼੍ਰੀ ਮੁਖ ਤੇ ਬਰਤੰਤ ਉਚਾਰਾ ਪ੍ਰਥਮ ਲਾਗਰੀ ਹੋ ਤੋ ਹਮਾਰਾ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਧਰਮ ਸਿਆ ਇਹ ਨਾ ਪਹਿਲਾਂ ਸਾਡਾ ਲਾਂਗਰੀ ਹੁੰਦਾ ਸੀ। ਏਕ ਗੁਰੂ ਕੀ ਸੇਵਾ ਕਰੈ ਸਿੱਖਨ ਪਰ ਲੈ ਚਹੀਆ ਪਰੈ। ਤੋ ਇਹ ਲਾਂਗਰੀ ਦਾ ਸੁਭਾਅ ਬੜਾ ਗੰਦਾ ਸੀਗਾ, ਗੁਰੂ ਦੇ ਲੰਗਰ ਦੀ ਸੇਵਾ ਬਹੁਤ ਕਰਦਾ ਸੀਗਾ ਪਰ ਸਿੱਖਾਂ ਨੂੰ ਝਈਆਂ ਲੈ ਲੈ ਪੈਂਦਾ ਸੀਗਾ, ਅੱਗੋਂ ਖਾਣ ਨੂੰ ਪੈਂਦਾ ਸੀ, ਲੜਾਈ ਕਰਦਾ ਸੀ ਸੰਗਤ ਨਾਲ। ਦੇਤ ਹਰ ਲਰਤ ਹੀ ਰਹੈ ਨੈ ਕਿਸ ਹੁੰਤੇ ਮਨ ਮੁਦ ਲਹੈ। ਖੁਸ਼ ਹੋ ਕੇ ਨਹੀਂ ਮਿਲਦਾ ਸੀਗਾ, ਐਸਾ ਹੀ ਸਾਡਾ ਲਾਂਗਰੀ ਸੀਗਾ। ਹੁਣ ਸਤਿਗੁਰ ਤਾਂ ਤੀਹੋਂ ਕਾਲ ਦੇ ਗਿਆਤਾ ਹੈ ਗੁਰੂ ਪਿਆਰੋ, ਸਾਰੀਆਂ ਰੂਹਾਂ ਕਿਹੜੀਆਂ ਕਿੱਥੇ ਰਹਿੰਦੀਆਂ ਇਹ ਵੀ ਜਾਣਦੇ ਆ। ਤੇ ਵਾਕਿਆ ਹੀ ਤਰ੍ਹਾਂ ਤਰ੍ਹਾਂ ਦੇ ਮਨੁੱਖ ਹੁੰਦੇ ਆ, ਗੁਰੂ ਘਰ ਵਿੱਚ ਵੀ ਹੁੰਦੇ ਆ। ਪ੍ਰਿਥੀ ਚੰਦ ਵੀ ਗੁਰੂ ਘਰ 'ਚ ਹੀ ਪੈਦਾ ਹੋਇਆ, ਗੁਰੂ ਅਰਜਨ ਦੇਵ ਜੀ ਵੀ ਗੁਰੂ ਘਰ 'ਚ ਹੀ ਪੈਦਾ ਹੋਏ ਆ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਵੇਂ ਇਹ ਬੱਚੇ ਦੀ ਪੁਰਾਣੀ ਆਦਤ ਸੀ ਨਾ, ਜਿਵੇਂ ਉਦੋਂ ਸੰਗਤ ਨੂੰ ਝਈਆਂ ਲੈ ਲੈ ਪੈਂਦਾ ਸੀਗਾ ਤੇ ਧਰਮ ਸਿੰਘ ਕੰਨੀ ਐ ਕਰਕੇ ਆਇਆ ਸੀ ਨਾ, ਕਹਿੰਦਾ ਹਾਂਜੀ ਬਸ, ਕਹਿੰਦੇ ਉਹ ਪੁਰਾਣੀ ਆਦਤ ਹੈ, ਪੁਰਾਣਾ ਸੁਭਾਅ ਇਸ ਦਾ। ਇਹ ਸੰਗਤਾਂ ਨੂੰ ਝਈਆਂ ਲੈ ਲੈ ਪੈਂਦਾ ਸੀ ਸਾਡੀਆਂ ਨੂੰ। ਇੱਕ ਸਿੱਖ ਲਰਿਓ ਬਾਕ ਤਿਨ ਕਹਿਓ ਕਰਲ ਕਰਲ ਕਰਤਾ ਨਿਤ ਰਹਿਓ। ਤੇ ਇੱਕ ਸਿੱਖ ਨਾਲ ਲੜ ਪਿਆ। ਹੁਣ ਗਾਂ ਗੁਰੂ ਪਿਆਰਿਓ ਕੋਈ ਭਜਨ ਬੰਦਗੀ ਵਾਲੇ ਵੀ ਵਿੱਚ ਹੁੰਦੇ ਆ, ਉਹਦੇ ਮੂੰਹ ਚੋਂ ਨਿਕਲ ਗਿਆ ਮੈਂ ਕਾਂ ਵਾਂਗੂ ਕਰਲ ਕਰਲ ਕਰੀ ਜਾਣਾ। ਕਾਕਾ ਬੈਸ ਕੀ ਸਮ ਬੋਲ ਦੇਗ ਵਿਕੇ ਬੋ ਪਵਿੱਤਰੋਲ। ਲੰਗਰ ਦੇ ਵਿੱਚ ਤਾਂ ਬੜੀ ਪਵਿੱਤਰਤਾ ਰੱਖਣੀ ਚਾਹੀਦੀ ਹੈ, ਸ਼ਾਂਤੀ ਰੱਖਣੀ ਚਾਹੀਦੀ ਹੈ। ਸਿਆਣੇ ਇਹ ਵੀ ਕਹਿੰਦੇ ਆ ਜਦੋਂ ਆਪਾਂ ਲੰਗਰ ਬਣਾਈਏ ਨਾ, ਮਾਈਆਂ ਨੂੰ ਹੁਕਮ ਹੈ ਸਿਆਣੇ ਬੰਦਿਆਂ ਦਾ, ਬਈ ਤੁਸੀਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਲੰਗਰ ਬਣਾਓਗੇ ਜੇ ਨਾਮ ਜਪਦੇ ਹੋਏ, ਮੂਲ ਮੰਤਰ ਜਪਦੇ ਹੋਏ, ਤੇ ਉਸ ਲੰਗਰ ਦੀ ਪਾਵਰ ਵੱਧ ਜਾਣੀ ਹੈ ਤੇ ਜਿਹੜਾ ਉਹਨੂੰ ਛਕੇਗਾ ਉਹਦੇ ਉੱਤੇ ਵੀ ਚੰਗਾ ਅਸਰ ਹੋਵੇਗਾ। ਤੇ ਜੇ ਲੜਾਈਆਂ ਝਗੜੇ ਕਰਦੇ ਕਰਦੇ ਲੰਗਰ ਬਣਾਈਏ ਤੇ ਫਿਰ ਬੱਚਿਆਂ ਤੇ ਵੀ ਉਹੋ ਜਿਹਾ ਅਸਰ ਪੈਂਦਾ। ਤੇ ਇਹ ਚੀਜ਼ ਸਾਡੇ ਲੰਗਰ ਦੇ ਵਿੱਚ ਵੀ, ਗੁਰੂ ਘਰ ਦੇ ਵਿੱਚ ਵੀ ਹੋਣੀ ਚਾਹੀਦੀ ਆ। ਜੇ ਆਪਾਂ ਲੰਗਰ ਬਣਾਈਏ, ਦੇਗ ਬਣਾਈਏ, ਖੁਸ਼ ਰਹਿ ਕੇ ਬਣਾਈਏ, ਸੰਗਤ ਨੂੰ ਖੁਸ਼ ਹੋ ਕੇ ਮਿਲੀਏ, ਨਾਮ ਜਪਦੇ ਹੋਏ ਦੇਗ ਬਣਾਈਏ, ਤਾਂ ਫਿਰ ਕੀ ਹੈ, ਉਹ ਦੇਗ ਦੇ ਉੱਤੇ ਵੀ ਉਹ ਚੀਜ਼ ਦਾ ਅਸਰ ਹੁੰਦਾ ਹੈ, ਸਾਡੀ ਬੋਲ ਬਾਣੀ ਦਾ। ਜੇ ਜਲ ਦੇ ਉੱਤੇ 5 ਬਾਣੀਆਂ ਪੜ੍ਹ ਕੇ ਉਹ ਅੰਮ੍ਰਿਤ ਬਣ ਸਕਦਾ ਹੈ, ਕਿਉਂਕਿ ਪਾਣੀ ਦਾ ਸੁਭਾਅ ਹੈ ਆਵਾਜ਼ ਨੂੰ ਗ੍ਰਹਿਣ ਕਰਨਾ। ਜਿਹੜੀ ਚੁੰਬਕ ਹੈ ਨਾ, ਇਹ ਪਾਣੀ ਵਿੱਚ ਵੀ ਹੈ ਤੇ ਸਾਡੇ ਖੂਨ ਵਿੱਚ ਵੀ ਆ, ਲੋਹਾ ਤੱਤ ਪਾਣੀ ਵਿੱਚ ਵੀ ਹੈ। ਇਸ ਕਰਕੇ ਜਿਹੜੀ ਅਸੀਂ ਆਵਾਜ਼ ਕਰਦੇ ਹਾਂ ਉਸ ਨੂੰ ਪਾਣੀ ਗ੍ਰਹਿਣ ਕਰਦਾ ਹੈ ਤੇ ਪਾਣੀ ਆਪਾਂ ਦੇਗ 'ਚ ਵੀ ਪਾਉਂਦੇ ਹਾਂ, ਆਟੇ 'ਚ ਵੀ ਪੈਂਦਾ ਹੈ। ਇਸ ਕਰਕੇ ਜੋ ਵੀ ਅਸੀਂ ਉਸ ਵੇਲੇ ਸੁਭਾਅ ਰੱਖਦੇ ਹਾਂ ਉਹਦਾ ਸੁਭਾਅ ਸਾਡੇ ਭੋਜਨ 'ਤੇ ਜਾਂ ਦੇਗ 'ਤੇ ਪੈਂਦਾ। ਤਾਂ ਪਾਤਸ਼ਾਹ ਕਹਿੰਦੇ ਇਹ ਇਸ ਤਰ੍ਹਾਂ ਦੇਗ ਬਣਾਉਂਦਾ, ਇਸ ਤਰ੍ਹਾਂ ਲੰਗਰ ਬਣਾਉਂਦਾ ਤੇ ਕਾਂ ਦੀ ਤਰ੍ਹਾਂ ਕਾਂ ਕਾਂ ਕਰਕੇ ਲੜਦਾ ਰਹਿੰਦਾ ਸੰਗਤ ਨਾਲ। ਤੇ ਇੱਕ ਸਿੱਖ ਦੇ ਮੂੰਹ 'ਚੋਂ ਫਿਰ ਇੱਕ ਦਿਨ ਨਿਕਲ ਗਿਆ, ਕਹਿੰਦੇ ਐਵੇਂ ਕੁਰਲ ਕੁਰਲ ਕਰੀ ਜਾਂਦਾ ਕਾਂ ਦੀ ਨਿਆਈ। ਸਿੱਖ ਤੇ ਪਿਓ ਸ਼ਰਾਬ ਮਚਾਪੈ ਕੀਤਕ ਦਿਨ ਮੈਂ ਮ੍ਰਿਤੂ ਪਾਤਬੈ। ਔਰ ਉਹ ਸਾਧ ਦਾ ਬਚਨ, ਸਾਧ ਬਚਨ ਅਟਲਾ ਦਾ ਭਾਈ ਭਜਨ ਬੰਦਗੀ ਵੀ ਵਾਲੇ ਹੁੰਦੇ ਆ। ਕਈ ਵਾਰੀ ਨਾ ਕਈਆਂ ਨੂੰ ਆਦਤ ਹੁੰਦੀ ਆ ਜਣੇ ਖਣੇ ਨੂੰ ਦੁੱਖ ਦੇਣਾ, ਜਣੇ ਖਣੇ ਨੂੰ ਦੁੱਖ ਦੇਣਾ, ਤੇ ਜਿਹੜੇ ਗਰੀਬ ਲੋਕ ਹੁੰਦੇ ਆ ਉਹ ਚੁੱਪ ਕਰ ਦਿੰਦੇ, ਚੱਲ ਛੱਡ ਯਾਰ ਕੋਈ ਗੱਲ ਨਹੀਂ, ਆਪਾਂ ਤਾਂ ਆਪਣਾ ਲਾਹਾ ਖੱਟਣਾ, ਆਪੇ ਕਦੇ ਨੂੰ ਸ਼ੇਰ ਨੂੰ ਸਵਾ ਸ਼ੇਰ ਮਿਲ ਜੂਗਾ, ਮਿਲ ਜਾਂਦਾ ਕਦੇ ਨਾ ਕਦੇ। ਜਦੋਂ ਮਿਲ ਗਿਆ ਉਹ ਬੋਲ ਗਿਆ, ਉਹਦਾ ਬਚਨ ਚੱਲ ਗਿਆ, ਥੋੜੇ ਦਿਨਾਂ ਬਾਅਦ ਉਹ ਲਾਂਗਰੀ ਦੀ ਮੌਤ ਹੋ ਗਈ ਜੀ। ਕਾਕ ਜੋਨ में जन्म आए सिखन को देखे उमकाए। ਔਰ ਫਿਰ ਅੱਗੇ ਜਾ ਕੇ ਉਹਦਾ ਜੂਨੀ ਜਿਹੜੀ ਹੈ ਉਹ ਕਾਂ ਦੀ ਮਿਲ ਗਈ ਤੇ ਸਿੱਖਾਂ ਨੂੰ ਵੇਖ ਕੇ ਅੱਜ ਵੀ ਉਵੇਂ ਹੀ ਮੂੰਹ ਟੱਡ ਟੱਡ ਪੈਂਦਾ। सेव करण को फल अबले हो काक जोन ते छूटत पियो। ਔਰ ਪਰ ਅਣਕਵਾਰ ਝਿੜਕੇ ਉਹ ਭਾਂਤੀ ਬਹੁਤ ਪਿਤਾ ਗੱਲ ਆਵੇ, ਗੁਰੂ ਨੂੰ ਲਾਜ ਤਾਂ ਹੈ ਨਾ ਵੀ ਯਾਰ ਫਿਰ ਵੀ ਸਾਡਾ ਲੰਗਰ ਦਾ ਲਾਂਗਰੀ ਸੀਗਾ, ਇਸ ਕਰਕੇ ਉਹ ਸੇਵਾ ਦਾ ਫਲ ਇਹਨੂੰ ਦਿੱਤਾ ਸੀ, ਇਸ ਕਰਕੇ ਹੱਥ ਨਾਲ ਮਾਰਿਆ ਕਿ ਇਹਦੀ ਜੂਨ ਛਡਾ ਕੇ ਹੁਣ ਇਹਦੀ ਮੁਕਤੀ ਕਰੀਏ।
ਤਾਂ ਕਰਕੇ ਅਸੀਂ ਇਹਦੀ ਮੁਕਤੀ ਕੀਤੀ ਹੈ ਔਰ ਹੁਣ ਅੱਗੇ ਜਾ ਕੇ ਦੁਬਾਰਾ ਸਾਡਾ ਸਿੱਖ ਬਣੇਗਾ ਔਰ ਚੰਗੀ ਸੋਚ ਵਿਚਾਰ ਦੇ ਨਾਲ ਵਿਚਰੇਗਾ। ਇੱਕ ਸਾਖੀ ਆਪਾਂ ਸੁਣਿਆ ਕਰਦੇ ਹਾਂ। ਇੱਕ ਰਿੱਛ ਵਾਲਾ ਰਿੱਛ ਲੈ ਕੇ ਆ ਗਿਆ, ਕਹਿੰਦਾ ਜੀ ਖੇੜਾ ਦਿਖਾਈਏ ਤੁਹਾਨੂੰ। ਬਾਬਾ ਜੀ ਨੂੰ ਕਹਿੰਦਾ, ਪਾਤਸ਼ਾਹ ਕਹਿੰਦੇ ਵੀ ਵੇਖ ਲਓ। ਤੇ ਖੇੜਾ ਦਿਖਾਉਣਾ ਸ਼ੁਰੂ ਕਰਤਾ। ਰਿੱਛ ਨੇ ਬੜਾ ਖੇੜਾ ਪਾਇਆ। ਪਾਤਸ਼ਾਹ ਜੀ ਬੈਠੇ ਦੇਖ ਰਹੇ ਆ, ਵਿੱਚ ਲੋਕ ਵੀ ਸੰਗਤ ਵੀ ਆ ਕੇ ਘੇਰਾ ਬੰਨ੍ਹ ਕੇ ਖੜ ਗਈ। ਤੇ ਪਿੱਛੇ ਆਲਮ ਸਿੰਘ ਖੜਾ ਹੈਗਾ ਸਤਿਗੁਰਾਂ ਦੇ ਨੇੜੇ। ਸਤਿਗੁਰਾਂ ਦਾ ਇੱਕ ਸਿੱਖ ਆ, ਤਾਂ ਨਾਮ ਵਿਸਰ ਗਿਆ। ਉਹ ਸਿੱਖ ਪਿੱਛੇ ਖੜਾ ਹੈ ਤੇ ਉਹ ਬੜਾ ਹੱਸ ਰਿਹਾ ਰਿੱਛ ਦੇ ਗੁਰੂ ਪਿਆਰਿਓ ਨਾਚ ਦੇਖ ਕੇ। ਤੇ ਪਾਤਸ਼ਾਹ ਨੇ ਉਹਦਾ ਉੱਚੀ ਹੱਸਣਾ ਸੁਣਿਆ। ਕਹਿੰਦੇ ਬਲਾ ਹੱਸਦਾ, ਕੀ ਗੱਲ ਆ ਓਏ? ਕਹਿੰਦਾ ਜੀ ਰਿੱਛ ਬੜਾ ਸੋਹਣਾ ਨੱਚਦਾ। ਕਹਿੰਦੇ ਤੈਨੂੰ ਪਤਾ ਕੌਣ ਹੈ ਇਹ? ਕਹਿੰਦਾ ਜੀ ਮੈਨੂੰ ਕੀ ਪਤਾ ਕੌਣ ਹੈ? ਕਹਿੰਦੇ ਤੇਰਾ ਬਾਪ ਹੈ। ਕਹੋ ਸਤਨਾਮ। ਮੇਰਾ ਪਿਓ ਹੈ? ਹਾਂ। ਤੇਰਾ ਪਿਓ ਰਿੱਛ ਦੀ ਜੂਨ 'ਚ ਫਿਰਦਾ। ਕਹਿੰਦੇ ਫਿਰ ਤੁਹਾਡੀ ਸੇਵਾ ਦਾ ਹੀ ਫਲ ਮਿਲੂਗਾ। ਕਹਿੰਦੇ ਫਲ ਤਾਂ ਮਿਲਦਾ ਸਾਡੀ ਸੇਵਾ ਦਾ, ਪਰ ਸੁਭਾਅ ਵੀ ਬਦਲਣਾ ਪੈਂਦਾ ਹੈ। ਕਹੋ ਸਤਨਾਮ। ਮਾਰੇ ਫਿਰ ਰਿੱਛ ਦੀ ਜੂਨ 'ਚ ਕਿਉਂ ਪਿਆ? ਕਹਿੰਦੇ ਇੱਕ ਦਿਨ ਦੇਗ ਵਰਤ ਰਹੀ ਸੀ, ਇਹ ਵਰਤਾ ਰਿਹਾ ਸੀਗਾ। ਐਂ ਮੂਹਰੋਂ ਰਸਤਾ ਜਾਂਦਾ ਸੀਗਾ ਵੱਡਾ, ਤੇ ਉੱਥੋਂ ਦੀ ਗੱਡਿਆਂ ਦੇ ਉੱਤੇ ਸਮਾਨ, ਜਿਵੇਂ ਦਿੱਲੀਓਂ ਲਾਹੌਰ ਦੇ ਰਸਤੇ, ਉਸ ਰਸਤੇ 'ਤੇ ਉਹ ਗੱਡੇ ਲੈ ਕੇ ਜਾ ਰਿਹਾ ਸੀਗਾ। ਧੂੜਾਂ ਉੱਡ ਕੇ ਮੂੰਹ 'ਤੇ ਪਈਆਂ ਸਨ, ਦਾੜੇ 'ਤੇ ਰੇਤਾ ਪੈ ਕੇ ਹੋਰ ਹੀ ਬੜਰੂਪ ਜਿਹਾ ਬੰਦਾ ਬਣ ਜਾਂਦਾ। ਕਹਿੰਦੇ ਇਸ ਤਰ੍ਹਾਂ ਰੇਤਾ ਰੁੱਤਾ ਚਿਹਰੇ 'ਤੇ ਪਿਆ ਸੀਗਾ। ਤੇ ਉਹਨੇ ਸੋਚਿਆ ਵੀ ਦੇਗ ਵਰਤੀ ਜਾਂਦੀ ਆ ਤੇ ਮੈਂ ਭੋਰਾ ਕਿਣਕਾ ਲੈ ਹੀ ਲਵਾਂ। ਉਹ ਭੱਜ ਕੇ ਦੇਗ ਲੈਣ ਆ ਗਿਆ। ਤੇ ਤੇਰਾ ਇਹ ਬਾਪ ਜਦੋਂ ਸਾਡਾ ਸਿੱਖ ਸੀਗਾ, ਉਹ ਦੇਗ ਵਰਤਾ ਰਿਹਾ ਸੀਗਾ। ਤੇ ਉਹਨੂੰ ਕਾਹਲੀ ਸੀ, ਗੱਡੇ ਇਕੱਲੇ ਜਾ ਰਹੇ ਨਾਲ ਜਾ ਲੈ ਕੇ ਕਿਣਕਾ। ਉਹਨੂੰ ਕਈ ਵਾਰੀ ਉਹਦੇ ਅੱਗੇ ਹੋ ਕੇ, ਬਾਬਾ ਜੀ ਮੈਨੂੰ ਕਿਣਕਾ ਦੇ ਦਿਓ। ਅੱਗੋਂ ਕਹੇ ਬਹਿ ਜਾ, ਫੇਰ ਦੇਊਂਗਾ। ਹੋਰ ਲੋਕਾਂ ਨੂੰ ਦੇ ਗਿਆ ਤੇ ਉਹਦੇ ਹੱਥ 'ਤੇ ਕਿਣਕਾ ਨਾ ਰੱਖਿਆ। ਜਦੋਂ 5-7 ਵਾਰੀ ਇਹਨੇ ਉਹਨੂੰ ਝਟਕ ਦਿੱਤਾ ਤੇ ਉਹ ਕਹਿੰਦਾ, ਦੇਗ ਵੰਡਦਾ ਹੋਇਆ ਕਹਿਣ ਲੱਗਿਆ, ਕਿਉਂ ਰਿੱਛ ਵਾਂਗੂ ਟੱਪੀ ਜਾਂਦਾ, ਤੂੰ ਬਹਿ ਕੇ ਲੈ ਲਾ। ਉਹਨੇ ਥੱਲੇ ਡਿੱਗਿਆ, ਕਿਣਕਾ ਮੂੰਹ 'ਚ ਪਾ ਲਿਆ ਚੱਕ ਕੇ। ਕਹਿੰਦਾ ਮੈਨੂੰ ਤਾਂ ਦੇਗ ਮਿਲ ਗਈ, ਰਿੱਛ ਹੋਏਗਾ ਤੂੰ। ਕਹੋ ਸਤਨਾਮ। ਬਸ ਉਹਦਾ ਬਚਨ ਐਸਾ ਚੱਲਿਆ, ਕਿਉਂਕਿ ਜ਼ਰੂਰੀ ਨਹੀਂ ਵੀ ਕੋਈ ਜਿਹੜਾ ਚੋਲਿਆਂ ਵਾਲੇ ਆ ਉਹੀ ਜਿਹੜੇ ਆ ਧਰਮੀ ਹੋਣਗੇ। ਖੇਤੀਬਾੜੀ ਕਰਨ ਵਾਲਾ ਜ਼ਿਮੀਂਦਾਰ ਗ੍ਰਸਤੀ ਵੀ ਪਤਾ ਨਹੀਂ ਆਪਦੇ ਘਰੇ ਕਿੰਨੀ ਬੰਦਗੀ ਕਰਦਾ ਹੋਵੇ। ਕਹੋ ਸਤਨਾਮ। ਕੋਈ ਵੀ ਹੋ ਸਕਦਾ ਹੈ, ਪਤਾ ਨਹੀਂ ਕਿਹਦੇ ਵਿੱਚ ਕੀ ਹੈ। ਉਹਦਾ ਬਚਨ ਚੱਲ ਗਿਆ ਤੇ ਇਹਦੀ ਮੌਤ ਹੋਣ ਤੋਂ ਬਾਅਦ ਇਹ ਰਿੱਛ ਬਣ ਗਿਆ। ਤੇ ਰਿੱਛ ਬਣਿਆ ਇਸ ਮੰਦਾਰੀ ਦੇ ਹੱਥ ਆ ਗਿਆ। ਹੁਣ ਇਹਨੂੰ ਖੇੜਾ ਪਾ ਕੇ ਵਿਖਾਉਂਦਾ। ਤੇ ਉਹ ਸਿੱਖ ਕਹਿਣ ਲੱਗਿਆ, ਮਹਾਰਾਜ ਫਿਰ ਤਾਂ ਉਧਾਰ ਕਰੋ ਰਿੱਛ ਦਾ, ਮੇਰੇ ਪਿਤਾ ਦਾ ਉਧਾਰ ਕਰੋ ਹੁਣ। ਕਹਿੰਦੇ ਠੀਕ ਹੈ। ਮੰਦਾਰੀ ਨੂੰ ਕਹਿੰਦੇ ਵੀ ਰਿੱਛ ਸਾਨੂੰ ਦੇ ਜਾ। ਉਹ ਕਹਿੰਦਾ ਨਾ ਮਹਾਰਾਜ, ਮੇਰੀ ਤਾਂ ਰੋਜੀ ਬਣੀ ਹੋਈ ਹੈ, ਮੈਨੂੰ ਤਾਂ ਫੜਨੇ ਬੜਾ ਔਖਾ ਰਿੱਛ, ਮਸਾਂ ਫੜਿਆ ਇਹ। ਕਹਿੰਦੇ ਨਹੀਂ ਨਹੀਂ, ਇਹ ਤੈਨੂੰ ਦੇਣਾ ਪੈਣਾ, ਤੈਨੂੰ ਬੋਲ ਪੈਸੇ ਕਿੰਨੇ ਚਾਹੀਦੇ ਆ, ਤੂੰ ਹੋਰ ਫੜ ਲਈ। ਉਹਨੂੰ ਵੀ ਖੁਸ਼ ਕੀਤਾ, ਖੁੱਲ੍ਹਾ ਗੱਫਾ ਦੇਤਾ ਪੈਸਿਆਂ ਦਾ। ਤੇ ਪਾਤਸ਼ਾਹ ਜੀ ਨੇ ਆਪਣੇ ਹੱਥੋਂ ਰਿੱਛ ਨੂੰ ਦੇਗ ਛਕਾਈ ਤੇ ਰਿੱਛ ਸਰੀਰ ਛੱਡ ਗਿਆ। ਕਹੋ ਸਤਨਾਮ। ਉਹਦੀ ਮੁਕਤੀ ਕਰ ਦਿੱਤੀ ਤੇ ਉਹ ਰਿੱਛ ਦੇ ਮੰਦਾਰੀ ਦਾ ਵੀ ਘਰ ਪੂਰਾ ਕੀਤਾ ਪਾਤਸ਼ਾਹ ਨੇ। ਇਸ ਕਰਕੇ ਗੁਰੂ ਘਰ ਆਉਣ ਦਾ, ਗੁਰੂ ਘਰ ਰਹਿਣ ਦਾ ਮਕਸਦ ਹੈ ਸਾਡੇ ਜੀਵਨ ਦੇ ਵਿੱਚ ਬਦਲਾਅ ਆਵੇ। ਜਾਂ ਬੋਲਿਆ ਤਾਂ ਕੱਢਿਆ ਵਿਚਾਰ, ਜਿਹੋ ਜੀ ਸਾਡੀ ਬੋਲਬਾਣੀ ਹੁੰਦੀ ਹੈ ਉਹੋ ਜਿਹਾ ਸਾਡਾ ਜੀਵਨ ਬਣ ਜਾਂਦਾ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਪਾਤਸ਼ਾਹ ਕਹਿੰਦੇ ਅਸਲ ਵਿੱਚ ਇਹ ਸਾਡਾ ਲਾਂਗਰੀ ਇੱਦਾਂ ਸੰਗਤਾਂ ਨੂੰ ਝਿੜਕਦਾ ਸੀ ਤੇ ਉਹ ਸਿੱਖ ਦੇ ਕਹਿਣ ਤੇ ਕਾਂ ਦੀ ਜੂਨ 'ਚ ਪੈ ਗਿਆ ਸੀ। ਅੱਜ ਅਸੀਂ ਇਹਨੂੰ ਕੱਢ ਦਿੱਤਾ ਹੈ ਜੀ। ਆਪਨੋ ਜਾਣ ਜੂਨ ਤੇ ਛੋਰਾ, ਕਰਿਓ ਮੁਕਤ ਗਾ ਸੁਰ ਪਰੋਰਾ। ਔਰ ਇਸ ਨੂੰ ਆਪਣਾ ਜਾਣ ਕੇ ਅਣਕ ਵਾਰ ਝਿੜਕੇ ਬਹੁ ਭਾਂਤੀ ਬੌੜ ਪਿਤਾ ਗੱਲ ਲਾਵੇ ਦੇ ਮਹਾਂਵਾਕ ਅਨੁਸਾਰ ਬਾਬੇ ਨਾਨਕ ਤੋਂ ਮੂਲਾ ਖੱਤਰੀ ਵਿਛੜਿਆ ਸੀ ਨਾ, ਜਦ ਘਰੇ ਗਏ ਮਿਲਣ ਵਾਸਤੇ ਤੇ ਘਰ ਦੀ ਕਹਿੰਦੀ ਹੈ ਹੀ ਨਹੀਂ ਘਰੇ ਬਾਬਾ। ਉਹ ਬਾਬਾ ਜੀ ਕਹਿੰਦੇ ਨਹੀਂ ਹੋਣਾ, 7 ਬਚਨ ਭਾਈ, ਬਸ ਨਹੀਂ ਹੋਣਾ ਕਿਹਾ ਤੇ ਪਿੱਛੇ ਫਿਰਦਾ ਸੀ ਲੁਕਿਆ। ਕਿਉਂ ਘਰ ਨੇ ਲੁਕੋਤਾ ਵੀ ਪਹਿਲਾਂ 6 ਮਹੀਨੇ ਬਾਬੇ ਨੇ ਮੋੜਿਆ ਨਹੀਂ, ਹੁਣ ਫੇਰ ਨਾਲ ਲੈ ਜੂਗਾ, ਫੇਰ ਨਹੀਂ ਮੋੜਨਾ, ਪਿੱਛੇ ਵਗ ਜਾ। ਉਹ ਡਰਦਾ ਵਿਚਾਰਾ ਪਿੱਛੇ ਲੁਕ ਗਿਆ। ਬਾਬੇ ਨੇ ਫੇਰ ਆਵਾਜ਼ ਮਾਰੀ, ਉਹ ਮੋਲਿਆ। ਬੀਬੀ ਬਾਹਰ ਹੈ, ਕਹਿੰਦੀ ਬਾਬਾ ਉਹ ਘਰੇ ਹੈ ਨਹੀਂ ਗਾ। ਬਾਦਸ਼ਾਹ ਕਹਿੰਦੇ ਨਹੀਂ ਹੋਣਾ ਮਰਦਾਨਿਆਂ, ਚੱਲ ਗਏ ਆਪਾਂ। ਬਸ ਨਹੀਂ ਹੋਣਾ ਕਿਹਾ ਤੇ ਪਿੱਛੇ ਸੱਪ ਲੜ ਕੇ ਮਰ ਗਿਆ। ਬਾਬਾ ਜੀ ਟੱਪ ਗਏ ਘਰੋਂ ਤੇ ਮੁੜ ਕੇ ਗੁਰੂ ਪਿਆਰਿਓ ਆਵਾਜ਼ ਮਾਰੀ, ਆ ਜਾ ਆ ਜਾ। ਗਿਆ ਸਾਧ, ਹੁਣ ਆਵੇ ਕਿਹੜਾ, ਉਹ ਤਾਂ ਪਿੱਛੇ ਤੜਫੀ ਜਾਵੇ। ਭੱਜੀ ਮਗਰ ਗਈ, ਝੱਗ ਨਿਕਲੇ ਮੂੰਹ 'ਚੋਂ, ਸੱਪ ਲੜ ਗਿਆ ਉਹਦੇ, ਮਾਰੀ ਗਈ ਵੇ ਪੱਟੀ ਗਈ। ਭੱਜ ਕੇ ਲੋਕਾਂ ਨੂੰ ਰੌਲਾ ਪਾ ਇਕੱਠੇ ਕੀਤੇ, ਮੰਜੇ 'ਤੇ ਸਿੱਟਿਆ, ਮੂਲੇ ਨੂੰ ਫਟਾਫਟ ਚੱਕਿਆ। ਉਹ ਨਨਕਾਣੇ ਵਾਲਾ ਬਾਬਾ ਆਇਆ ਸੀਗਾ।
ਅੱਗੇ ਲੈ ਗਿਆ 6 ਮਹੀਨੇ ਨਹੀਂ ਮੋੜਿਆ, ਮੈਂ ਝੂਠ ਬੋਲਤਾ ਤੇ ਸੱਪ ਲੜ ਗਿਆ, ਚੱਕੋ ਇਹਨੂੰ ਛਟਾਫਟ। ਬਾਬਾ ਜੀ ਬਾਹਰ ਬੈਠੇ ਆ ਫਿਰਨੀ ਤੇ ਮੰਜੇ ਤੇ ਪਾ ਕੇ ਲੈ ਗਏ। ਮਹਾਰਾਜ ਜੀ ਬਖਸ਼ ਦਿਓ। ਬੀਬੀ ਨੂੰ ਕਹਿੰਦੇ ਕਿੱਥੇ ਸੀ ਭਾਈ? ਕਹਿੰਦੇ ਜੀ ਘਰੇ ਹੀ ਸੀਗਾ। ਕਹਿੰਦੇ ਹੁਣ ਤਾਂ ਘਰੇ ਵੀ ਹੈ ਨਹੀਂਗਾ, ਭਾਵ ਹੁਣ ਤਾਂ ਸਰੀਰ 'ਚ ਵੀ ਹੈ ਨਹੀਂਗਾ, ਭੱਜ ਗਿਆ। ਹੁਣ ਤਾਂ ਇਹ ਮਰ ਚੁੱਕਿਆ, ਇਹਨੂੰ 10ਵੇਂ ਜਾਮੇ ਬਖਸ਼ਾਂਗੇ। ਆਪਦਾ ਸੀਗਾ ਫਿਰ ਵੀ 10ਵੇਂ ਜਾਮੇ ਜਾ ਕੇ ਨੰਦੇੜ ਸਾਹਿਬ ਦੇ ਇਲਾਕੇ 'ਚੋਂ ਲੱਭਿਆ। ਕਹੋ ਸਤਨਾਮ। ਇਸ ਕਰਕੇ ਸਿੱਖੋ, ਮੈਂ ਇਹਨੂੰ ਆਪਣਾ ਜਾਣ ਕੇ ਅੱਜ ਇਹਦੀ ਮੁਕਤੀ ਕੀਤੀ ਹੈ। ਸੁਣ ਸਿੰਘਨ ਸ਼੍ਰੀ ਮੁਕਤੀ ਗਾਥਾ, ਬਿਸਮਾਨੇ ਟੇਕਤ ਪ੍ਰਮਾਥਾ। ਤੋ ਸਿੰਘ ਪਾਤਸ਼ਾਹ ਜੀ ਦੇ ਬਚਨ ਕਹਿ ਸੁਣ ਕੇ ਕਹਿਣ ਲੱਗੇ, ਧੰਨੋ ਧੰਨੋ ਮਹਾਰਾਜ ਤੁਹਾਡੀਆਂ ਤੁਸੀਂ ਜਾਣੋ ਜੀ। ਪੂਰਬ ਦਿਸ਼ਾ ਗ੍ਰਾਮ ਕੀ ਗਹੇ, ਤਾਲ ਬਿਸਾਲ ਬਲੋਕਤ ਪਏ। ਹੁਣ ਇਸ ਕਾਲ ਝਰਾਣੀ ਪਿੰਡ ਦੇ ਚੜ੍ਹਦੇ ਵਾਲੇ ਪਾਸੇ ਇੱਕ ਤਾਲ ਟੋਭਾ ਸਰੋਵਰ ਸੀ ਕੋਈ। ਇੱਕ ਸਰਪ ਆਵਤੋ ਤਾਏ, ਕਰਤ ਸ਼ੀਗਰ ਬਣ ਉੱਚ ਉਠਾਏ। ਔਰ ਉਸ ਟੋਭੇ ਦੇ ਕੋਲ, ਉਸ ਤਾਲ ਦੇ ਕੋਲ ਪਾਤਸ਼ਾਹ ਨੇ ਕੀ ਦੇਖਿਆ? ਇੱਕ ਜ਼ਹਿਰੀਲਾ ਸੱਪ ਉੱਪਰ ਫਣ ਚੱਕਿਆ ਭੱਜਿਆ ਆ ਰਿਹਾ ਹੈ। ਤੈ ਇੱਕ ਸਰਪ ਆਵਤੋ ਤਾਏ, ਕਰਤ ਸ਼ੀਗਰ ਬਣ ਉੱਚ ਉਠਾਏ। ਬੜੀ ਤੇਜ਼ੀ ਦੇ ਨਾਲ ਆਉਂਦਾ ਹੋਇਆ ਸੱਪ ਦੇਖਿਆ ਹੈ ਜੀ। ਸਤਿਗੁਰ ਬਾਣ ਖੈਚ ਕਰ ਮਾਰਾ, ਗਿਰੋ ਤਰਾ ਪ੍ਰਾਣ ਉਜਾਰਾ। ਔਰ ਸਤਿਗੁਰਾਂ ਨੇ ਬਿੰਨ ਕੇ ਨਿਸ਼ਾਨਾ ਤੀਰ ਮਾਰਿਆ ਤੇ ਉਹਦੇ ਫਣ ਵਿੱਚ ਖੁੱਭਿਆ ਤੇ ਸੱਪ ਮਰ ਕੇ ਡਿੱਗ ਪਿਆ ਹੈ ਜੀ। ਸ੍ਰੀ ਮੁਕਤੀ ਸਭ ਹੁਣ ਸੁਨਾਇਓ, ਏ ਮਸੰਦ ਦੀਰਘ ਗਰਬਾਇਓ। ਤੇ ਮਹਾਰਾਜ ਇਹਨੂੰ ਕਿਉਂ ਮਾਰਤਾ? ਕਹਿੰਦੇ ਇਹ ਵੀ ਹੰਕਾਰੀ ਮਸੰਦ ਸੀਗਾ, ਇਹਨੂੰ ਵੀ ਜਾਲੀ ਹੰਕਾਰ ਹੋ ਗਿਆ ਸੀਗਾ। ਦੇਖਿਆ ਕਹਿੰਦੇ ਫਨ ਚੱਕੀ ਫਿਰਦਾ। ਕਈ ਵਾਰੀ ਬੰਦੇ ਨੂੰ ਕਹਿੰਦੇ ਆ ਬੜਾ ਹੰਕਾਰ ਆ, ਕਿਵੇਂ ਫਕਾਰੇ ਮਾਰਦਾ। ਕਹੋ ਸਤਨਾਮ। ਭਾਵ ਬੰਦੇ ਦੇ ਕਈ ਲੱਛਣਾਂ ਨੂੰ ਆਪਾਂ ਨਾ ਕਿਸੇ ਪਸ਼ੂ ਦੀ ਉਦਾਹਰਨ ਦੇ ਕੇ ਕਹਿੰਦੇ ਆ, ਫਲਾਨਾ ਤਾਂ ਅਫਸਰ ਕੁੱਤਿਆਂ ਵਰਗਾ ਇੰਨਾ ਲਾਲਚੀ, ਗੱਲ ਗੱਲ ਤੇ ਪੈਸੇ ਮੰਗਦਾ। ਭਾਵ ਕਰਤੂਤ ਪਸ਼ੂ ਕੀ ਮਾਨਸ ਜਾਤ। ਪਸ਼ੂਆਂ ਦੇ ਜਿਹੜੇ ਔਗਣ ਹੈ ਨਾ, ਉਹ ਜਦੋਂ ਬੰਦੇ ਵਿੱਚ ਆ ਜਾਣ ਫਿਰ ਬੰਦੇ ਨੂੰ ਬੰਦਾ ਨਹੀਂ ਕਿਹਾ ਜਾਂਦਾ, ਉਸ ਪਸ਼ੂ ਦੀ ਡੈਫੀਨੇਸ਼ਨ ਦਿੱਤੀ ਜਾਂਦੀ ਆ। ਕਹੋ ਸਤਨਾਮ। ਕੋਈ ਬੰਦਾ ਹੰਕਾਰੀ ਹੋਵੇ, ਫੂਫੂ ਕਰਦਾ ਫਿਰਦਾ ਹੈ, ਤੇ ਫਿਰ ਅਸੀਂ ਕਹਿੰਦੇ ਆ ਕਿੱਡਾ ਹੰਕਾਰੀ ਆ, ਸੱਪ ਵਾਂਗੂ ਫਕਾਰੇ ਮਾਰਦਾ ਫਿਰਦਾ। ਪਾਤਸ਼ਾਹ ਕਹਿੰਦੇ ਸਾਡਾ ਮਸੰਦ ਸੀਗਾ। ਕਹਿੰਦੇ ਇਹ ਮਸੰਦ ਵੀ ਬੜਾ ਹੰਕਾਰੀ ਸੀ। ਸਤ ਸੰਗਤ ਮੈਂ ਨਿਵਿਓ ਨ ਸੀਸ, ਇੱਕ ਮਨ ਜਪਿਓ ਨਹਿ ਜਗਦੀਸ਼। ਹੁਣ ਇਸ ਨੂੰ ਹੰਕਾਰ ਸੀ, ਮੈਂ ਸੰਗਤ ਜੋੜਦਾ, ਮੈਂ ਪੈਸੇ ਲੈ ਕੇ ਆਉਣਾ। ਕਿਉਂਕਿ ਮਸੰਦਾਂ ਦਾ ਕੰਮ ਸੀਗਾ ਪ੍ਰਚਾਰ ਕਰਨਾ, ਸੰਗਤਾਂ ਨੂੰ ਲੈ ਕੇ ਆਉਣਾ, ਹਜ਼ੂਰੀ ਦੇ ਵਿੱਚ ਪੇਸ਼ ਕਰਨਾ, ਔਰ ਉਹਨਾਂ ਦਾ ਰਸਮਾਂ ਰਸੌਂਦ ਲਿਆਉਣਾ। ਪਰ ਕਈ ਮਸੰਦ ਐਦਾਂ ਦੇ ਵੀ ਸੀਗੇ ਜਿਹੜੇ ਰਾਹ 'ਚ ਹੀ ਕੁੰਡੀ ਲਾ ਲੈਂਦੇ ਸੀਗੇ। ਸੰਗਤਾਂ ਦਿੱਤੀ ਹੋਈ ਭੇਟਾ ਅੱਧੀ ਚੁਰਾ ਕੇ ਘਰੇ ਰੱਖ ਲੈਂਦੇ ਸੀ। ਕਹੋ ਸਤਨਾਮ। ਤੇ ਅੱਧੀ ਦਿੰਦੇ ਸੀਗੇ ਤੇ ਜਾਨੀ ਜਾਨ ਸਭ ਜਾਣਦੇ ਸੀਗੇ। ਜਿਸ ਵੇਲੇ ਗੁਰੂ ਪਿਆਰਿਓ ਰਾਮ ਰਾਏ ਵਾਲੀ ਘਟਨਾ ਘਟੀ, ਪਹਾੜੀ ਇਲਾਕੇ ਦੇ ਵਿੱਚ ਉਹ ਡੇਰਾ ਹੈ, ਤੇ ਬੀਬੀ ਪੰਜਾਬ ਕੌਰ ਦੇ ਕੋਲ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਗਏ ਪਾਉਂਟਾ ਸਾਹਿਬ ਤੋਂ, ਤੇ ਪੰਜਾਬ ਕੌਰ ਨੇ ਸਾਰਾ ਦੁੱਖ ਦੱਸਿਆ ਜੀ, ਇਸ ਤਰ੍ਹਾਂ ਮਸੰਦਾਂ ਨੇ ਮੇਰੇ ਘਰ ਵਾਲੇ ਨੂੰ ਜਿਉਂਦੇ ਨੂੰ ਸਾੜ ਦਿੱਤਾ ਹੈ। ਹਜੀ ਉਹ ਜਿਉਂਦਾ ਸੀਗਾ, ਧੱਕੇ ਨਾਲ ਇਹਨਾਂ ਨੇ ਅੱਗ 'ਚ ਪਾਤਾ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਆਪਾਂ ਬਰਸੀ ਮਨਾਵਾਂਗੇ ਹੁਣ। ਕਹੋ ਸਤਨਾਮ। ਬਰਸੀ ਤੇ ਸਾਰੇ ਮਸੰਦਾਂ ਨੂੰ ਸੱਦਾਂਗੇ, ਥੋੜੀ ਮੈਨੂੰ ਨਿਸ਼ਾਨੀ ਕਰਾ ਦਿਓ ਵੀ ਕਿਹੜੇ ਕਿਹੜੇ ਧੱਕਾ ਕੀਤਾ। ਤੇ ਜਿਸ ਵੇਲੇ ਗੁਰੂ ਪਿਆਰੋ ਬਰਸੀ ਆਈ, ਬਰਸੀ ਦੇ ਵਿੱਚ ਸਾਰੇ ਸੱਦੇ ਤੇ ਮਸੰਦ ਆ ਗਏ। ਤੇ ਗੁਰੂ ਪਿਆਰੋ ਪਾਤਸ਼ਾਹ ਨੇ ਕਹਿੰਦੇ ਕਿ ਤੰਬੂ ਤਿਆਰ ਕਰਵਾਇਆ, ਤੰਬੂ ਵਿੱਚ 3 ਪਾਰਟੀਸ਼ਨ ਕੀਤੇ, ਮੂਹਰੇ ਜ਼ਬਰਦਸਤ ਸਿੰਘਾਂ ਨੂੰ ਬਿਠਾਇਆ, ਤੇ ਪਿੱਛੇ ਗੁਰੂ ਪਿਆਰੋ 2 ਪਾਰਟੀਸ਼ਨ ਕਰਕੇ ਪਿਛਲੇ ਦੇ ਵਿੱਚ ਕੜਾਹਾ ਚੜਾਤਾ ਇੱਕ ਤੇਲ ਦਾ, ਕਹਿੰਦੇ, ਤੇ ਸਮਾਪਤੀ ਹੋ ਗਈ। ਪਾਤਸ਼ਾਹ ਬੈਠਿਆ ਮੂਹਰੇ ਦੀਵਾਨ ਲਾ ਕੇ, ਕਹਿੰਦੇ ਆਓ ਵੇ ਮਸੰਦੋ ਸਰੋਪੇ ਲੈ ਲਓ। ਫਿਰ ਉਹ ਮਸੰਦਾਂ ਨੂੰ ਸੱਦਿਆ ਗਿਆ, ਤੇ ਜਿਹੜਾ ਨਿਸ਼ਾਨੀਆਂ ਕਾਲੀਆਂ ਸੀ ਪਹਿਲੇ ਸਿੰਘਾਂ ਨੂੰ ਸਮਝਾਤਾ ਸੀਗਾ। ਤੇ ਪਾਤਸ਼ਾਹ ਕਹਿੰਦੇ ਜਾਓ, ਅੱਗੇ ਸਿੰਘ ਬੈਠੇ ਉਹਨਾਂ ਸਰੋਪਾ ਲਿਆਓ। ਗਾਂ ਜ਼ਬਰਦਸਤ ਸਿੰਘ ਬੈਠੇ ਹੈ, ਤੇ ਉਹਨਾਂ ਨੂੰ ਫੜ ਕੇ, ਕਈਆਂ ਦੀ ਘੱਟ ਗਲਤੀ ਸੀ, ਉਹਨਾਂ ਨੂੰ ਮੁਸ਼ਕਾਂ ਦੇ ਕੇ ਬੰਨ੍ਹ ਕੇ ਮਗਰ ਬਿਠਾਤਾ। ਜਿਨ੍ਹਾਂ ਨੇ ਰਾਮ ਰਾਏ ਨੂੰ ਸਾੜਿਆ ਸੀਗਾ ਧੱਕੇ ਦੇ ਨਾਲ, ਉਹਨਾਂ ਨੂੰ ਪਿੱਛੇ ਤਪਦੇ ਕੜਾਹੇ ਵਿੱਚ ਲਿਜਾ ਕੇ ਸਿੱਟ ਦਿੱਤਾ। ਕਹੋ ਸਤਨਾਮ। ਇਸ ਤਰ੍ਹਾਂ ਮਸੰਦਾਂ ਨੂੰ ਸਜ਼ਾਵਾਂ ਦਿੱਤੀਆਂ। ਤੇ ਇੱਕ ਵਾਰੀ ਸਤਿਗੁਰਾਂ ਨੇ ਆਪਣੇ ਵਾਲੇ ਮਸੰਦਾਂ ਦੀਆਂ ਵੀ ਗਲਤੀਆਂ ਦਾ ਪਤਾ ਲੱਗਿਆ ਜਦੋਂ, ਤੇ ਉਹਨਾਂ ਮਸੰਦਾਂ ਨੂੰ ਸੱਦਣਾ ਕੀਤਾ। ਔਰ ਪਾਤਸ਼ਾਹ ਕਹਿੰਦੇ ਜਾਓ ਸਾਰੇ ਜਿਹੜੇ ਐਸੇ ਮਸੰਦ ਹੈ
ਜੈਸਾ ਇਹਨਾਂ ਨਾਟਕਾਰਾਂ ਨੇ ਇਹਨਾਂ ਬਾਜੀਗਰਾਂ ਨਾਟਕ ਕਰਕੇ ਮੈਨੂੰ ਵਿਖਾਇਆ ਨਾ ਕਿ ਮਸੰਦ ਜਾ ਕੇ ਸੰਗਤਾਂ ਧੱਕੇ ਦੇ ਨਾਲ ਚੰਗੀਆਂ ਚੀਜ਼ਾਂ ਮੰਗਦੇ ਆ, ਚੰਗੇ ਭੋਜਨ ਮੰਗਦੇ ਆ, ਮਹਿੰਗੇ ਕੱਪੜੇ ਮੰਗਦੇ ਆ, ਜੋ ਇਹਨਾਂ ਨੂੰ ਜਿਹੜਾ ਹੈ ਦਾੜੀ ਤੋਂ ਫੜ ਕੇ ਲੈ ਕੇ ਆਓ। ਕੋ ਸਤਨਾਮ। ਤੇ ਸਿੰਘ ਗਏ, ਜਿਹੜੇ ਜਿਹੜੇ ਮਸੰਦ ਖਰਾਬ ਕਰਦੇ ਉਹਨੂੰ ਲਿਆਂਦਾ ਫੜ ਕੇ। ਪਰ ਜਾਂਦੇ ਹੋਏ ਸਿੰਘਾਂ ਨੂੰ ਕਹਿੰਦੇ ਭਾਈ ਇੱਕ ਫੇਰੂ ਨਾਮ ਦਾ ਮਸੰਦ ਹੈ, ਉਹਨੂੰ ਇੱਦਾਂ ਨਹੀਂ ਲੈ ਕੇ ਆਉਣਾ। ਸਿੰਘ ਕਹਿਣ ਲੱਗੇ ਜੀ ਉਹ ਵੀ ਘੱਟ ਹੀ ਆਉਂਦਾ, ਸਮਾਨ ਤਾਂ ਕਦੇ ਪਹੁੰਚਾਇਆ ਨਹੀਂ ਉਸਨੇ। ਕਹਿੰਦੇ ਨਹੀਂ, ਉਹਦਾ ਸਮਾਨ ਮੇਰੇ ਕੋਲੇ ਪਹੁੰਚਦਾ ਹੈ। ਮਾਰੇ ਕਿਵੇਂ ਪਹੁੰਚਦਾ ਹੈ? ਕਹਿੰਦੇ ਉਹਨੇ ਆਪਣੇ ਘਰੇ ਲੰਗਰ ਚਲਾਇਆ ਹੋਇਆ ਹੈ, ਉਹ ਲੋੜਵੰਦਾਂ ਦੀ, ਗਰੀਬ ਗੁਰਬਿਆਂ ਦੀ ਮਦਦ ਕਰਦਾ ਹੈ, ਉਹ ਮੇਰਾ ਪੈਸਾ ਘਰੇ ਨਹੀਂ ਖਾਂਦਾਗਾ, ਇਸ ਕਰਕੇ ਉਹਨੂੰ ਇੱਦਾਂ ਨਹੀਂ ਲੈ ਕੇ ਆਉਣਾ। ਤੇ ਕਹਿੰਦੇ ਅੱਛਾ ਜੀ, ਚਲੋ ਠੀਕ ਆ। ਉਹ ਫਿਰ ਉਹਨੂੰ ਪਤਾ ਲੱਗਿਆ ਬਈ ਪਾਤਸ਼ਾਹ ਨੇ ਸਾਰੇ ਮਸੰਦਾਂ ਨੂੰ ਸੱਦਿਆ ਤੇ ਕਿਹਾ ਦਾੜੀ ਫੜ ਕੇ ਲਿਆਓ। ਤੇ ਉਹ ਕਹਿੰਦਾ ਮੇਰੀ ਦਾੜੀ ਵੀ ਫੜੋ ਭਾਈ। ਕਹਿੰਦੇ ਨਹੀਂ, ਤੈਨੂੰ ਇਹ ਹੁਕਮ ਨਹੀਂ। ਫਿਰ ਉਹਨੇ ਆਪ ਦੀ ਦਾੜੀ ਆਪ ਹੀ ਫੜ ਕੇ ਉਹ ਪੇਸ਼ ਹੋਇਆ। ਕੋ ਸਤਨਾਮ। ਇਹ ਫੇਰੂ ਮਸੰਦ ਸਤਿਗੁਰੂ ਪਾਤਸ਼ਾਹ ਪਹਿਲੇ ਗੁਰੂਆਂ ਤੋਂ ਚੱਲਦਾ ਆ ਰਿਹਾ ਸੀਗਾ। ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਮੇਂ ਤੋਂ ਭਾਈ ਭਗਤੋਂ ਨੂੰ ਇਹ ਫੇਰੂ ਨਾ ਕਿਉਂ ਪਿਆ? ਇਹ ਫੇਰੀ ਲਾਉਂਦਾ ਸੀ ਗੁਰੂ ਪਿਆਰਿਓ। ਦੇਸੀ ਘਿਓ ਵੇਚਦਾ ਸੀਗਾ, ਹੋਰ ਰਸਮ ਵਾਲੀ ਵੇਚਦਾ, ਗਠੜੀ ਮੋਢੇ ਤੇ ਸਿੱਟ ਕੇ ਹੱਥ ਵਿੱਚ ਕੁੱਪਾ ਫੜਿਆ ਹੁੰਦਾ ਦੇਸੀ ਘਿਓ ਦਾ। ਇੱਕ ਵਾਰੀ ਸੌਦਾ ਵੇਚਦਾ ਇਹ ਗੁਰੂ ਪਿਆਰਿਓ ਖੇਤਾਂ ਵਿੱਚੋਂ ਲੰਘਿਆ ਤੇ ਖੇਤਾਂ ਦੇ ਵਿੱਚ ਭਾਈ ਭਗਤੋ ਜਿਹੜਾ ਹੈ ਉਹ ਕਣਕ ਵਢਾ ਰਿਹਾ ਸੀਗਾ, ਖੇਤੀਬਾੜੀ ਕਰਵਾ ਰਿਹਾ ਸੀਗਾ। ਤੇ ਜਿਸ ਵੇਲੇ ਭਾਈ ਭਗਤੂ ਖੇਤੀਬਾੜੀ ਕਰਵਾਉਂਦਾ ਤੇ ਜਿਵੇਂ ਤੁਹਾਨੂੰ ਪਤਾ ਕਣਕ ਵੱਢਣ ਵੇਲੇ ਘਿਓ ਸ਼ੱਕਰ ਖਾਂਦੇ ਆ ਨੌਜਵਾਨ ਦਿਹਾੜੀ ਕਰਨ ਵਾਲੇ, ਉਹ ਇਹਨਾਂ ਨੇ ਕਿਹਾ ਬਾਬਾ ਯਾਰ ਤੂੰ ਸਾਨੂੰ ਕੋਈ ਘਿਓ ਘੂ ਤਾਂ ਖਵਾ ਦਿਆ ਕਰ, ਰੋਜ਼ ਦਿਹਾੜੀ ਆਪਣਾ ਕਣਕ ਵੱਢਦੇ ਆ, ਸੇਵਾ ਕਰਦੇ ਆ ਗੁਰੂ ਘਰ ਦੀ। ਉਹ ਕੁਦਰਤੀ ਇਹ ਭਾਈ ਫੇਰੂ ਜਿਹੜਾ ਸੀਗਾ, ਫੇਰੀ ਲਾਉਣ ਵਾਲਾ ਇਹ ਸੇਠ, ਇਹ ਵੇਚਦਾ ਘਿਓ ਉੱਥੇ ਪਹੁੰਚ ਗਿਆ। ਤੇ ਭਾਈ ਭਗਤੂ ਨੇ ਵੇਖ ਲਿਆ, ਉਹ ਕਹਿਣ ਲੱਗਿਆ ਉਹ ਰਿਹਾ ਭਾਈ ਆ ਕੀ ਆ ਤੇਰੇ ਕੋਲੇ? ਜੀ ਦੇਸੀ ਘਿਓ ਹੈ ਕੈਨੀ 'ਚ ਤੇ ਬਾਕੀ ਹੋਰ ਸਮਾਨ ਹੈ, ਰਾਸ਼ਨ ਪਾਣੀ। ਕਹਿੰਦੇ ਐ ਕਰ ਸਾਡੇ ਸਾਰੇ ਦਿਹਾੜੀਆਂ ਨੂੰ ਪਾਈਆ ਘਿਓ ਪਾ ਦੇ। ਕਹੋ ਸਤਨਾਮ। ਉਹ ਸਾਰਿਆਂ ਨੂੰ, ਹੁਣ ਉੱਥੇ ਕੰਡਾ ਤਾਂ ਹੈ ਨਹੀਂ ਸੀਗਾ, ਉਸ ਨੇ ਉਹ ਕੈਨੀ ਉਲਟਾ ਕੇ ਘਿਓ ਸਾਰਿਆਂ ਨੂੰ ਜਿੰਨਾ ਲੋੜ ਸੀ ਪਾਤਾ। ਹੁਣ ਭਾਈ ਭਗਤ ਜੀ ਕਹਿੰਦੇ ਭਾਈ ਕੱਲ ਨੂੰ ਪੈਸੇ ਲੈ ਲਈ ਆ ਕੇ, ਜਿੰਨੇ ਬਣਨਗੇ ਘਰੇ ਜਾ ਕੇ ਤੋਲ ਲਈ ਕਿੰਨਾ ਲੱਗਿਆ। ਕੈਨੀ ਭਰੀ ਹੋਈ ਸੀ ਮੂੰਹ ਤੱਕ, ਜਿੰਨਾ ਘਟਿਆ ਉਹਦਾ ਪਤਾ ਲੱਗ ਜੂ ਘਰੇ ਜਾ ਕੇ। ਇਹਨੇ ਲਿਜਾ ਕੇ ਹੱਥ ਨੇ ਕੈਨੀ ਟੰਗਤੀ, ਤੜਕੇ ਚੱਕ ਕੇ ਤੋਲਣ ਲੱਗਿਆ, ਕੈਨੀ ਮੂੰਹ ਤੱਕ ਭਰੀ ਪਈ। ਕਹੋ ਸਤਨਾਮ। ਇਹ ਹੈਰਾਨ ਹੋ ਗਿਆ ਵੀ ਯਾਰ ਕੱਲ ਮੈਂ ਘਿਓ ਪਾ ਕੇ ਆਇਆ ਖੇਤਾਂ ਵਿੱਚ, ਭਾਈ ਭਗਤੂ ਨੇ ਕਿਹਾ ਸੀ ਤੇ ਕੈਨੀ 'ਚ ਘਿਓ ਕਿੱਥੋਂ ਆ ਗਿਆ ਰਾਤੇ ਰਾਤ? ਤਾਂ ਉਹਨੇ ਭਾਈ ਭਗਤੂ ਤੇ ਸ਼ਰਤਾਂ ਬਣ ਲਈ ਬਈ ਇਹ ਤਾਂ ਯਾਰ ਕੋਈ ਰੱਬ ਦਾ ਭਗਤ ਹੀ ਹੈ, ਗੁਰੂ ਦੀ ਕਿਰਪਾ ਸਦਕਾ। ਉਹ ਆਇਆ ਭਾਈ ਭਗਤੂ ਦੇ ਕੋਲ। ਭਾਈ ਭਗਤੂ ਨੂੰ ਕਹਿਣ ਲੱਗਿਆ, ਭਾਈ ਭਗਤੂ ਕਹਿੰਦੇ ਜੀ ਹਾਂ ਦੇ ਕਿੰਨੇ ਪੈਸੇ? ਕਹਿੰਦਾ ਪੈਸੇ ਨਹੀਂ ਲੈਣੇ ਮਹਾਰਾਜ, ਰਾਜ ਤਾਂ ਆਹ ਗੱਲ ਹੋ ਗਈ, ਮੈਂ ਤੁਹਾਡੇ ਪੈਰੀਂ ਪੈਣਾ। ਕਹਿੰਦੇ ਮੇਰੇ ਪੈਰੀ ਪੈਣ ਦੀ ਲੋੜ ਨਹੀਂ, ਚੱਲ ਗੁਰੂ ਸਾਹਿਬ ਦੇ ਪੈਰੀਂ ਪੈ। ਫਿਰ ਉਹਨੂੰ ਗੁਰੂ ਸਾਹਿਬ ਦੇ ਕੋਲ ਲਿਆਂਦਾ ਤੇ ਗੁਰੂ ਸਾਹਿਬ ਦੇ ਕੋਲ ਆ ਕੇ ਉਹ ਕਹਿੰਦਾ ਮੈਂ ਤਾਂ ਅੱਜ ਤੋਂ ਬਾਅਦ ਫੇਰੀ ਨਹੀਂ ਲਾਉਣੀ, ਮੈਂ ਤਾਂ ਤੁਹਾਡੀ ਸੇਵਾ ਕਰਨੀ ਹੈ। ਉੱਥੋਂ ਫਿਰ ਨਾ ਭਾਈ ਫੇਰੂ ਰੱਖਿਆ ਗਿਆ ਸੀ। ਕਹੋ ਸਤਨਾਮ। ਤੇ ਇਸ ਤਰ੍ਹਾਂ ਗੁਰੂ ਪਿਆਰਿਓ ਇਹ ਘਟਨਾ ਘਟੀ ਸੀ ਭਾਈ ਫੇਰੂ ਦੇ ਨਾਲ। ਤੋ ਜਿਹੜੇ ਮਸੰਦ ਖਰਾਬ ਕਰਦੇ ਸੀ ਗੁਰੂ ਘਰ ਦੇ ਵਿੱਚ, ਉਹਨਾਂ ਨੂੰ ਸਤਿਗੁਰਾਂ ਨੇ ਸਜ਼ਾਵਾਂ ਦਿੱਤੀਆਂ। ਪਾਤਸ਼ਾਹ ਕਹਿੰਦੇ ਇਹ ਮਸੰਦ ਵੀ ਸਾਡਾ ਇੱਕ ਸੱਪ ਬਣਿਆ ਹੋਇਆ ਸੀਗਾ, ਬੜੇ ਫਕਾਰੇ ਜੇ ਮਾਰਦਾ ਸੀ। ਗੁਰ ਕੀ ਕਾਰ ਦਰਬ ਬਹਾਨੇ, ਸੰਚ ਕਰ ਕੀਨ ਮਹਾਨੇ। ਜਿਹੜਾ ਗੁਰੂ ਘਰ ਦੀ ਕਾਰ ਸੇਵਾ ਆਉਂਦੀ ਸੀ ਨਾ, ਇਹ ਆਪਦੇ ਘਰੇ ਪੈਸੇ ਜੋੜੀ ਜਾਂਦਾ ਸੀ। ਸਿਮਰਤ ਧਨ ਕੋ ਤਜ ਕਰ ਪ੍ਰਾਨ, ਪਿਓ ਸਰਪ ਧਾਰਤ ਅਭਿਮਾਨ। ਹੁਣ ਅੰਤ ਕਾਲ ਜੇ ਲక్ష్ਮੀ ਸਿਮਰੇ, ਐਸੀ ਚਿੰਤਾ ਮਹਿ ਜੇ ਮਰੇ, ਸਰਪ ਜੋਨ ਬਲ ਉਤਰੇ। ਹੁਣ ਜਿਹੜਾ ਪੈਸਾ ਇਕੱਠਾ ਕੀਤਾ ਚੋਰੀ ਕਰਕੇ ਗੁਰੂ ਘਰ ਦਾ, ਘਰ ਦੇ ਵਿੱਚ, ਕਿਉਂਕਿ ਸੰਗਤਾਂ ਬਹੁਤ ਸੋਨੇ ਦੇ ਕੜੇ ਵੀ ਦੇ ਦਿੰਦੀਆਂ, ਹੀਰੇ ਮੋਤੀ ਜਵਾਹਰ ਵਿੱਚੋਂ ਇਹਨਾਂ ਨੇ ਕੁੰਡੀ ਲਾ ਲੈਣੀ। ਪਾਤਸ਼ਾਹ ਕਹਿੰਦੇ ਜਦੋਂ ਇਹ ਮਰ ਗਿਆ, ਇਹਦਾ ਆਖਰੀ ਧਿਆਨ ਉਹ ਮਾਇਆ 'ਚ ਗਿਆ ਜਿਹੜੀ ਇਹਨੇ ਚੋਰੀ ਕਰਕੇ ਜੋੜੀ ਸੀ। ਕੋ ਸਤ। ਇਸ ਕਰਕੇ ਇਹ ਸੱਪ ਬਣ ਗਿਆ ਜੀ। ਹਮ ਕੋ ਹੀਰ ਸੁਮੁਖ ਚਲ ਆਵੈ, ਏਪੀ ਸਰਪ ਜੋਨ ਛੁਟਕਾਵੈ। ਔਰ ਇਸ ਦਾ ਉਧਾਰ ਮੈਥੋਂ ਹੀ ਹੋਣਾ ਸੀ। ਆ ਜਿਹੜਾ ਝੋਟਾ ਇੱਥੇ ਲਿਆਂਦਾ ਬਠਿੰਡੇ ਵਾਲੇ ਕਿਲੇ 'ਚ, ਇਹ ਵੀ ਕਿਸੇ ਦੇ ਕਾਬੂ 'ਚ ਨਹੀਂ ਆਉਂਦਾ।
ਕਿਉਂਕਿ ਇਹ ਜਾਣ ਬੁੱਝ ਕੇ ਰੱਬ ਦੇ ਪਿਆਰਾਂ ਨਾਲ ਅੜਦੇ ਆ ਕਿ ਬਈ ਇਹ ਸਾਨੂੰ ਮਾਰਨਗੇ ਤੇ ਸਾਡਾ ਉਧਾਰ ਹੋਊਗਾ। ਕਹੋ ਸਤਿ। ਜੀ ਵਾਹਿਗੁਰੂ। ਹੋਰ ਕਿਸੇ ਦੇ ਕਾਬੂ 'ਚ ਨਹੀਂ ਸੀ ਆਉਂਦਾ। ਇਹ ਝੋਟਾ ਵੀ ਜਿਹੜਾ ਨੱਤ ਵਗੈਰਾ ਤੋਂ ਲਿਆਂਦਾ, ਪਿੰਡ ਦੇ ਵਿੱਚ ਬੜੀ ਤਰਥੱਲੀ ਮਚਾਈ ਸੀ। ਛੱਪੜ ਵਿੱਚ ਕਿਸੇ ਜਾਨਵਰ ਨੂੰ ਨਹੀਂ ਸੀ ਬਣਦਾ, ਪਸ਼ੂ ਨੂੰ ਹੋਰ ਲੋਕਾਂ ਦੇ ਮਗਰ ਪੈਂਦਾ ਸੀ। ਤੇ ਜਿਸ ਵੇਲੇ ਭਾਈ ਮਲਾਗਰ ਸਿੰਘ ਹੋਰੀ ਲੈਣ ਵਾਸਤੇ ਗਏ ਤੇ ਪਾਤਸ਼ਾਹ ਕਹਿੰਦੇ ਐਦਾਂ ਨਹੀਂ ਆਉਣਾ, ਆ ਚਿੱਠੀ ਲੈ ਜਾਓ, ਉਹਨੂੰ ਐਦਾਂ ਵਿਖਾ ਕੇ ਕਹਿਓ ਕਿ ਮੈਂ ਖਾਸਿਆ ਤੈਨੂੰ ਗੁਰੂ ਸਾਹਿਬ ਨੇ ਬਠਿੰਡੇ ਸੱਦਿਆ। ਕਹੋ ਸਤਿਨਾਮ। ਫੇਰ ਆਊਗਾ। ਵਾਕਿਆ ਹੀ ਪਿੰਡ ਵਾਲੇ ਪਹਿਲਾਂ ਤਾਂ ਹੈਰਾਨ ਹੋਏ, ਪਹਿਲਾਂ ਤਾਂ ਹੱਸੇ, ਮਖੌਲ ਕੀਤਾ ਵੀ ਇਹ ਨਿਹੰਗ ਆ ਗਏ, ਇਹ ਝੋਟਾ ਇਹਨਾਂ ਦੇ ਮਗਰ ਪਊਗਾ ਤੇ ਇਹਨਾਂ ਨੂੰ ਭਜਾਊਗਾ, ਵੇਖਾਂਗੇ, ਤਜਰਬਾ ਦੇਖਾਂਗੇ। ਪਰ ਜਦੋਂ ਉਹਨਾਂ ਨੇ ਐਦਾਂ ਕਰਕੇ ਉਹ ਚਿੱਠੀ ਵਿਖਾਈ ਤੇ ਝੋਟਾ ਮੂਹਰੇ ਲੱਗ ਲਿਆ ਸੀਲ ਗਾਂ ਵਾਂਗੂ। ਕਹੋ ਸਤਿਨਾਮ। ਫਿਰ ਨੱਤਾਂ ਵਾਲੇ ਨੇ ਮਾਫੀ ਮੰਗੀ ਸੀ ਬਾਅਦ ਚ ਆ ਕੇ। ਤੇ ਇਸ ਕਰਕੇ ਜਿਵੇਂ ਗੁਰੂ ਪਿਆਰੋ ਰਾਵਣ ਦੇ ਨਾਲ ਜੰਗ ਹੋਇਆ, ਰਾਵਣ ਰਾਵਣ, ਹਰਨਾਕਸ਼ ਤੇ ਹਰਨਕਸ਼ਿਪ, ਇਸੇ ਤਰ੍ਹਾਂ ਹੀ ਇੱਕ ਜੂਨ ਹੋਰ ਹੈ। ਇਹ ਤਿੰਨਾਂ ਜੂਨਾਂ ਦੇ ਵਿੱਚ ਇਹਨਾਂ ਦਾ ਉਧਾਰ ਹੋਣਾ ਸੀ, ਤਾਂ ਇਹਨਾਂ ਨੇ ਜਾ ਕੇ ਅਵਤਾਰਾਂ ਦੇ ਨਾਲ ਲੜਾਈਆਂ ਕੀਤੀਆਂ। ਕਹੋ ਸਤਿਨਾਮ। ਤੇ ਪਾਤਸ਼ਾਹ ਕਹਿੰਦੇ ਇਹ ਸੱਪ ਦਾ ਉਧਾਰ ਹੋਣਾ ਸੀਗਾ। ਅੱਜ ਇਹਨੇ ਮੈਨੂੰ ਪਛਾਣ ਲਿਆ ਤੇ ਮੇਰੇ ਕੰਨੀ ਫਣ ਚੱਕ ਕੇ ਆਇਆ ਤੇ ਵੀ ਮੇਰੇ ਕੰਨੀ ਲੜਾਈ ਕਰੂਗਾ ਤਾਂ ਹੀ ਮੈਂ ਇਹਦੇ ਮਾਰੂੰਗਾ। ਇਸ ਕਰਕੇ ਮੈਂ ਇਹਦਾ ਉਧਾਰ ਕੀਤਾ ਹੈ। ਅਬ ਕੋ ਹੀਰ ਸਮੁਖ ਚਲਿਆ ਵੈ, ਇਹ ਵੀ ਸਰਪ ਜੋਨ ਛੁਟਕਾਵੈ। ਇਹ ਵੀ ਸੱਪ ਦੀ ਜੂਨ ਚੋਂ ਨਿਕਲਣਾ ਚਾਹੁੰਦਾ ਸੀਗਾ। ਧਿਆਨ ਦਿਓ, ਇਹ ਵੀ ਸੱਪ ਦੀ ਜੂਨ ਚੋਂ ਨਿਕਲਣਾ ਚਾਹੁੰਦਾ ਸੀਗਾ ਤੇ ਮੇਰੇ ਬੰਨੀ ਮੂੰਹ ਚੱਕ ਕੇ ਫਣ ਚੱਕ ਕੇ ਆ ਰਿਹਾ ਸੀ। ਜਾਏ ਗੁਰੂ ਸਰ ਡੇਰਾ ਕੀਨਾ, ਹੈ ਨ ਲਗਾਏ ਉਤਾਰੇ ਜੀਨ। ਇੱਥੋਂ ਮੇਰੇ ਪ੍ਰੀਤਮ ਜੀ ਅੱਗੇ ਚੱਲਦੇ ਐ ਤੇ ਗੁਰੂ ਸਰ ਪਹੁੰਚਦੇ ਹਨ। ਤੈ ਸੋਢੀ ਮਿਲਵੇ ਗਵਾਏ, ਬੰਧਨ ਕਰ ਦਰਸ਼ਨ ਹਰਿ ਖਾਏ। ਤੇ ਗੁਰੂ ਸਰ ਦੇ ਵਿੱਚ ਸੋਢੀ ਰਹਿੰਦੇ ਸਨ। ਸੋਢੀਆਂ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਆਏ ਨੇ, ਉਹ ਸਾਰੇ ਮਿਲਣ ਆਉਂਦੇ ਹਨ। ਚਾਵਲ ਚੂਨ ਘ੍ਰਿਤਾ ਦਿਕ ਲਿਆਏ, ਤ੍ਰਿਨ ਦਾਣਾ ਸਭ ਦਿਓ ਬਚਾਏ। ਔਰ ਰਾਸ਼ਨ ਪਾਣੀ ਲੈ ਕੇ ਆਏ, ਸਿੰਘਾਂ ਦੇ ਵਾਸਤੇ ਲੰਗਰ ਦਾ ਸਮਾਨ ਤੇ ਘੋੜਿਆਂ ਵਾਸਤੇ ਛੋਲੇ ਘਾਹ ਆਦਿ। ਇਤਿਆਤਕ ਸੇਵਾ ਸਭ ਕਰੀ, ਖਾਨ ਪਾਨ ਕੀ ਨਸ ਨਿਸ ਪਰੀ। ਔਰ ਬੜੀ ਸੇਵਾ ਕੀਤੀ ਅੱਜ ਇਹਨਾਂ ਨੇ, ਸੋਢੀਆਂ ਨੇ। ਸੋਪਤ ਜਥਾ ਸੁਖ ਗੁਰ ਭਗਵਾਨ, ਉਠੀ ਪ੍ਰਾਤ ਕਰ ਸ਼ੋਸ਼ ਇਸ਼ਨਾਨ। ਇੱਥੇ ਪਾਤਸ਼ਾਹ ਨੇ ਇੱਕ ਰਾਤ ਕੱਟੀ ਆ। ਧਿਆਨ ਦਿਓ ਆਵਾਜ਼ ਬੰਦ ਕਰਕੇ। ਸਤਿਗੁਰੂ ਪਾਤਸ਼ਾਹ ਜੀ ਨੇ ਆਰਾਮ ਕੀਤਾ ਹੈ ਜੀ। ਕਰਿਓ ਕੂਚ ਹੈ ਜੀਨ ਪਵਾਏ, ਪਏ ਅਰੂਡਣ ਮਗ ਪਗ ਪਾਏ। ਦੂਜਾ ਦਿਨ ਚੜਿਆ, ਸਿੰਘਾਂ ਨੂੰ ਕਹਿੰਦੇ ਚਲੋ ਬਈ ਘੋੜਿਆਂ ਤੇ ਕਾਠੀਆਂ ਪਾਓ, ਅੱਗੇ ਚੱਲੀਏ ਜੀ। ਅਰਧ ਅਖੀਰ ਕਿਰਪਾਲ ਪਿਆਨੇ, ਡੇਰਾ ਕਰਿਓ ਗ੍ਰਾਮ ਛਤਿਆਣੇ। ਔਰ ਫਿਰ ਇਥੋਂ ਪਾਤਸ਼ਾਹ ਜੀ ਨੇ ਚਾਲੇ ਪਾਏ, ਚਲੋ ਚਾਲ ਚਲੋ ਚਾਲ, ਸ਼ਿਕਾਰ ਖੇਡਦੇ ਹੋਏ ਛਤਿਆਣੇ ਪਹੁੰਚੇ ਹਨ। ਇਸ ਬਤਾਏ ਤੈ ਪੇਸਵਾਰਾ, ਟਿਪਾਏ ਕੋ ਤੰਗ ਨਿਹਾਰਾ। ਔਰ ਇੱਥੇ ਰਾਤ ਬਤੀਤ ਕੀਤੀ ਹੈ। ਦੂਜਾ ਦਿਨ ਚੜਿਆ, ਪਾਤਸ਼ਾਹ ਨੇ ਇੱਕ ਉੱਚਾ ਟਿੱਬਾ ਦੇਖਿਆ ਛਤਿਆਣੇ। ਬ੍ਰਾਹਮੀ ਇੱਕ ਫਕੀਰ ਤੈ ਰਹੈ, ਜਿਸ ਕੇ ਨਾਮ ਸਥਲ ਸੋ ਕਹੈ। ਇੱਥੇ ਇੱਕ ਬ੍ਰਹਮੀ ਨਾਮ ਦਾ ਫਕੀਰ ਰਹਿੰਦਾ ਸੀ। ਵੈਸੇ ਇਹਦਾ ਪੂਰਾ ਨਾਮ ਹੈ ਇਬਰਾਹੀਮ, ਤੇ ਪਰ ਲੋਕ ਨਾ ਛੋਟਾ ਨਾਮ ਲੈਣ ਲੱਗ ਜਾਂਦੇ ਆ, ਬ੍ਰਹਮੀ ਬ੍ਰਹਮੀ ਕਹਿਣ ਲੱਗ ਜਾਂਦੇ ਹਨ। ਚਾਕਰ ਜੇ ਬਿਰਾੜ ਗੁਰ ਰਾਖੀ, ਮਿਲੇ ਆਪਸ ਮੈਂ ਮੂਰਖ ਭਾਖੀ। ਔਰ ਗੁਰੂ ਪਿਆਰਿਓ, ਜਿਹੜੇ ਗੁਰੂ ਸਾਹਿਬ ਜੀ ਦੇ ਨੌਕਰ ਸਨ, ਬਰਾੜ ਫੌਜੀ, ਉਹ ਆਪਸ ਵਿੱਚ ਗੱਲਾਂ ਕਰਨ ਲੱਗੇ। बोलते क्यों ना चाकरी लेते, बने कठोर बिना न देते। ਔਰ ਇਸ ਟਿੱਬੇ ਤੇ ਆ ਗਏ ਪਾਤਸ਼ਾਹ, ਇਸ ਸਥਾਨ ਤੇ ਆ ਗਏ। ਤਿਸਕੇ ਨਾਮ ਸਥਲ ਸੋ ਕਹੈ, ਉਸ ਬ੍ਰਹਮੀ ਫਕੀਰ ਦੇ ਨਾਮ ਤੇ ਹੀ ਇਸ ਟਿੱਬੇ ਦਾ ਨਾਮ ਵੀ ਬ੍ਰਹਮੀ ਪੈ ਗਿਆ ਸੀ। ਗੁਰੂ ਪਿਆਰਿਓ, ਹੁਣ ਇੱਥੇ ਆ ਕੇ ਨਾ ਚਾਕਰ ਭਾਵ ਨੌਕਰੀ ਜਿਹੜੇ ਫੌਜੀ ਨਾਲ ਸੀ, ਬਰਾੜ ਫੌਜ, ਇਹਨਾਂ ਦੇ ਦਿਮਾਗ ਦੇ ਵਿੱਚ ਖਿਆਲ ਆਇਆ ਵੀ ਯਾਰ ਆਪਾਂ ਗੁਰੂ ਸਾਹਿਬ ਦੇ ਨਾਲ ਨਾਲ ਤੁਰੇ ਫਿਰਦੇ ਹਾਂ, ਆਪਾਂ ਨੂੰ ਇਹਨਾਂ ਨੌਕਰ ਬਣਾ ਕੇ ਰੱਖਿਆ ਹੋਇਆ ਤੇ ਆਪਾਂ ਨੂੰ ਤਨਖਾਹ ਦਿੰਦੇ ਹੀ ਨਹੀਂ। पूर्व कई बार तुम जाची, देह गिरा उबाची। ਤੇ ਆਪਾਂ ਪਹਿਲਾਂ ਵੀ ਕਈ ਵਾਰ ਮੰਗੀ ਆ, ਮਹਾਰਾਜ ਸਾਨੂੰ ਤਨਖਾਹ ਦੇ ਦਿਓ, ਤੇ ਅੱਗੋਂ ਟਾਲ ਮਟੋਲ ਕਰਦੇ ਆ, ਦੇ ਦਿਆਂਗੇ ਕੋਈ ਨਹੀਂ, ਆ ਜਾਣ ਦਿਓ ਪੈਸੇ। ਇੱਜ਼ਤ ਕਹੇ ਨਾ ਧਨ ਗੁਰ ਪਾਸਾ, ਕਿਮ ਲੈਬੇ ਕੀ ਕਰ ਹੋ ਆਸਾ। ਬਰਾੜਾ ਚੋਂ ਕਈ ਸਾਥੀ ਕਹਿੰਦੇ ਯਾਰ ਗੁਰੂ ਕੋਲੇ ਪੈਸੇ ਹੈ ਹੀ ਨਹੀਂ ਗੇ, ਆਪਾਂ ਨੂੰ ਦੇਵੇ ਕਿੱਥੋਂ।
ਛੱਡੋ ਖਹਿੜਾ। ठहरेंगे जब किस स्थाना संगत आवे मेल माना। ਕਿਤੇ ਦੀਵਾਨ ਸਜੂਗਾ, ਸੰਗਤ ਆਊਗੀ, ਪੈਸਾ ਆਊਗਾ, ਫਿਰ ਦੇ ਦੇਣਗੇ। अरपे दर्ब देंगे सोई यहाँ उजार कहाँ ते हुई। ਇੱਥੇ ਜੰਗਲਾਂ ਵਿੱਚ ਕਿੱਥੇ ਆ ਪੈਸਾ ਉਹਨਾਂ ਦੇ ਕੋਲੇ? ਚੱਲ ਚੁੱਪ ਕਰੋ। सुन के कीचत बाग बखाना हम तो और कछु न जाने। ਉਹਨਾਂ ਵਿੱਚੋਂ ਕਈ ਕਹਿੰਦੇ ਨਹੀਂ ਯਾਰ ਸਾਨੂੰ ਨਹੀਂ ਪਤਾਗਾ, ਅਸੀਂ ਤਾਂ ਹੁਣ ਪੈਸੇ ਮੰਗਾਂਗੇ, ਤਨਖਾਹ ਮੰਗਾਂਗੇ। अब तो यहाँ खरे कर ले लिए बिना ना चल बे दे। ਬਸ ਹੁਣ ਤਾਂ ਇਹਨਾਂ ਦੇ ਕੋਲੋਂ ਪੈਸੇ ਲੈ ਕੇ ਹੀ ਗਾਹਾਂ ਤੁਰਨ ਦਿਆਂਗੇ। गुरु कर माती जब जाने याति लग दीर्घ सब माने। ਔਰ ਗੁਰੂ ਕਰਾਮਾਤੀ ਹੈ, ਸ਼ਕਤੀਆਂ ਦਾ ਮਾਲਕ ਹੈ, ਤਾਈਆਂ ਤਾਂ ਦੁਨੀਆ ਮੰਨਦੀ ਹੈ। जब टकाए लेंगे यहाँ तब हमको तन दे है महा। ਆਪਾਂ ਇਹਨਾਂ ਨੂੰ ਰੋਕ ਲੈਨੇ ਆ ਘੋੜਾ ਫੜ ਕੇ, ਇੱਥੇ ਰੋਕ ਲੈਨੇ ਆ। ਜੇ ਸ਼ਕਤੀਆਂ ਦੇ ਮਾਲਕ ਹੈ ਤੇ ਆਪਾਂ ਨੂੰ ਇੱਥੇ ਹੀ ਪੈਸੇ ਦੇਣਗੇ। लत है अपर वार्ता खोटी हमरी हद यहाँ लग तोटी। ਤੇ ਆਪਣੀ ਐਦੂਗਾ ਹੱਦ ਵੀ ਖਤਮ ਹੁੰਦੀ ਹੈਗਾ, ਭਾਗੋ ਕੀ ਹੱਦ ਚੱਲ ਪੈਂਦੀ ਆ। ਇਸ ਕਰਕੇ ਆਪਾਂ ਇੱਥੇ ਹੀ ਤਨਖਾਹ ਮੰਗਾਂਗੇ। ਹੁਣ ਇੱਥੇ ਤਨਖਾਹ ਮੰਗਦੇ ਆ ਤੇ ਗੁਰੂ ਸਾਹਿਬ ਕੀ ਕਹਿੰਦੇ ਆ, ਇਹ ਵਿਚਾਰਾ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇਕਾਂ ਅੱਖਰ ਬਾਅਦ ਕਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश हे पूरन हे सर्वमय पंचन गुणतास। हे संगी हे निरंकार हे निर्गुण सब एक हे गोविंद हे गुण निधान जाके सदा बबेक। हे अपरंपर हर हरे भी हो बनहार। हे संत कै सदा संग तारा आधार। हे ठाकुर हों दास रो निर्गुण गुण नहीं कोई। नानक दीजै नाम दान राखो ही बरोए। आए प्रभ शरणागति कृपा नित दयाल। एक अखर हर मन बसत नानक होत निहाल। एक ओंकार सतगुरु देह प्रसाद सच होए। वाहिगुरु जी की फतेह विघ्न है। विनाशन सोए। वाहिगुरु जी की फतेह विघ्न है। विनाशन सोए। वाहिगुरु जी का खालसा वाहिगुरु जी की फतेह।